करता
जहाँ तू वसिया मेरे सजन, 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 मीत मुरारे दियो, मीत मुरारे दियो, मीत मुरारे जियो, मीत मुरारे जियो। धन सो देश, धन सो देश, धन सो देश, धन सो देश, जहाँ तू वसिया, जहाँ तू वसिया, जहाँ तू वसिया, जहाँ तू वसिया, मेरे सजन, मेरे सजन, मेरे सजन, मेरे सजन, मीत मुरारे दियो, मीत मुरारे दियो, मीत मुरारे जियो, 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 मीत मुरारे जियो। सतਿਗੁਰੂ ਗਰੀਬਨਵਾਜ ਕਿਰਪਾ ਕੀਤੀ ਹੈ। ਅੱਜ ਸੌਣ ਦਾ ਮਹੀਨਾ ਆਰੰਭ ਹੋਇਆ। ਕੋਟ ਕੋਟ ਧੰਨਵਾਦ ਹੈ ਗੁਰੂ ਅਰਜਨ ਸਾਹਿਬ ਪਿਤਾ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੀ ਬੋਕਲ ਦੇ ਵਿੱਚ ਥਾਂ ਦਿੱਤੀ ਹੈ। ਆਪ ਸਾਰੀਆਂ ਸੰਗਤਾਂ ਜਿੱਥੋਂ ਜਿੱਥੋਂ ਚੱਲ ਕੇ ਆਏ, ਆਪ ਜੀ ਦੀ ਯਾਤਰਾ ਸੌਖੀ ਤੇ ਸਫਲ ਹੋ ਗਏ। ਇਸੇ ਤਰ੍ਹਾਂ ਸਾਰਾ ਮਹੀਨਾ ਪ੍ਰੇਮ, ਸ਼ਰਧਾ, ਭਾਵਨਾ ਦੇ ਨਾਲ ਬਤੀਤ ਹੋਵੇ। ਆਓ ਸੀਸ ਦਿਓ। ਪਹਿਲਾ ਮੁੱਖ ਵਾਕ ਦੀ ਵਿਚਾਰ, ਫਿਰ ਲੜੀਵਾਰ ਕਥਾ ਭਾਈ ਤਾਰੂ ਸਿੰਘ ਸਾਹਿਬ ਜੀ, ਜਿਨ੍ਹਾਂ ਦੀ 25 ਸਾਲ ਦੀ ਉਮਰ ਸੀ। ਕੁਰਬਾਨੀ ਏਡੀ ਵੱਡੀ ਕਰ ਗਏ ਜਿਹੜੀ ਯੁੱਗਾਂ ਯੁੱਗਾਂ ਤੱਕ ਸਾਡੇ ਇਤਿਹਾਸ ਦੇ ਪੱਤਰਿਆਂ ਤੇ ਲਿਖੀ ਗਈ। ਹਰ ਸਿੱਖ ਜਦੋਂ ਵੀ ਅਰਦਾਸ ਹੁੰਦੀ ਹੈ ਤੇ ਭਾਈ ਤਾਰੂ ਸਿੰਘ ਸਾਹਿਬ ਨੂੰ ਯਾਦ ਕਰਦਾ ਹੈ, ਚਾਹੇ ਦੁੱਖ ਹੋਵੇ ਸੁੱਖ ਹੋਵੇ। ਸੋ ਮਹਾਰਾਜ ਕਿਰਪਾ ਕਰ। ਇਸ ਮਹੀਨੇ ਵਿੱਚ ਮਹਾਰਾਜ ਕੀ ਦੇ ਰਹੇ? ਮਹਾਂਪੁਰਖ ਬਚਨ ਕਰਦੇ, ਕਹਿੰਦੇ ਅਸੀਂ ਸੰਗਰਾਂਦ ਤੇ ਆਉਣੇ ਜਾਂ ਮੱਸਿਆ ਤੇ 10 ਮਿੰਟ ਸਮਾਂ ਕੱਢ ਕੇ ਆਈਦਾ ਆਪਾਂ ਸਾਰੇ। ਤੇ ਉਹ ਕਹਿੰਦੇ ਵੀ 10 ਮਿੰਟ ਜਿਹੜੇ ਗੁਰੂ ਕੋਲ ਆਇਆ, ਉਹਨਾਂ 10 ਮਿੰਟਾਂ 'ਚ ਕੀ ਕਰਦੇ ਆਪਾਂ ਵੀ ਗੁਰੂ ਨੂੰ ਸੁਣਾ ਕੇ ਚੱਲ ਜਾਂਦੇ। ਕੀ ਸੁਣਾਉਣੇ ਹੈ? ਆਪਣੀਆਂ ਅਰਦਾਸਾਂ।
इन्ना कि टाइम हुंदा 10 मिनट 5 का महाराज जी कोल आए, मत्था टेकिया, बह गए ते हाथ जोड़ के महाराज बच्चे सैट हो गया, तंदुरुस्ती मिल गई, कारोबार वाजे, रिश्तेदारी भली वरते। ते महाराज जी कहते अपनियां सुना के चला जाना, किते मेरी भी सुन लिया। ये सच्चाई है। कोई भी गुरुद्वारे आउंदा है, तुसीं तां हुण नेमी सिख हो, रोज़ आउंदे आम, खास करके जिहड़े ज़्यादातर 100 ਦੇ ਵਿੱਚੋਂ 80% लोग ने वो ज़्यादा मस्या संग्राम ते ही आउंदे है, ते वो भी 10 मिनट बस अपनियां सुना देनियां गुरु नूं। ते गुरु साहिब जी कहंदे बह जाओ, अपनी भी सुनाओ ते साडी भी सुनाओ। हुण आखो धन गुरु अर्जन देव जी महाराज सच्चे पातशाह सी बैठ गए हैं, सुनाओ सानू हुण अपने बचन। महाराज जी कहंदे फिर सुनना करो। सतनाम श्री वाहिगुरु साहिब जी। बारह माज महला पंजवा, घर चौथा। 12 महीने माह ते माज राग विच 5वें पातशाह गुरु अर्जन साहिब जी महाराज। सारे आखो धन श्री गुरु अर्जन देव जी महाराज। चौथे घर विच किरपा करते हैं एक ओंकार सतगुर प्रसाद। जी कहते परमात्मा एक है, सारी सृष्टि नूं उन्हें पैदा किया है, सारियां दे विच वरत रहा है, ते प्रसाद किरपा नाल मिलता। सत बने श्रेष्ठ सच है, कदे झूठ नहीं हुंदा। ते गो नाम नेरे दा, रूप नाम प्रकाश। गुर गुर दा अर्थ है जिहड़ा नेरे चों चानण दिखा रहा। हुण आपां सारे जीव नेरे च, आपां समझदे आ भी आ शरीर इदां ही रहना, ये दुनियादारी पैसा भैन भरा इदां ही रहने आ, पर गुरु कहंदा नहीं रहना, तू इस नेरे चों निकल के बाहर आ। प्रसाद ਇਹਦੇ ਉਹੀ ਨਿਕਲਦਾ ਜਿਹਦੇ ਤੇ ਕਿਰਪਾ ਕਰਦੇ ਹਨ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਹਿਬ ਕਹਿੰਦੇ ਜਿਹੜਾ ਸਾਉਣ ਦਾ ਮਹੀਨਾ ਹੈ ਇਹ ਬੜਾ ਸੁੰਦਰ ਹੈ, ਵਰਖਾ ਦਾ ਮਹੀਨਾ ਹੈ। ਇਸ ਮਹੀਨੇ ਦੇ ਵਿੱਚ ਬਾਣੀ ਕਹਿੰਦੀ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਕਹਿੰਦੇ ਇਦਾਂ ਦਾ ਮਹੀਨਾ ਹੈ ਕਿ ਜਦੋਂ ਬੱਦਲ ਚੜ੍ਹਦਾ ਹੈ, ਕਾਲੀਆਂ ਘਟਾ ਛਿੜਦੀਆਂ ਨੇ, ਤੇ ਉਦੋਂ ਪਸ਼ੂ ਵੀ ਕਿੱਲਿਆਂ ਤੇ ਵੱਜੇ ਭੰਗੜਾ ਪਾਉਣ ਲੱਗ ਪੈਂਦਾ। ਕਿਤੇ ਨੋਟ ਕਰਿਓ, ਪਸ਼ੂ ਵੀ ਦੱਸੇ ਨਾ ਵੱਜੇ, ਚਾਹੁੰਦੇ ਵੀ ਸਾਨੂੰ ਵੀ ਖੋਲ ਦਿਓ। ਸਾਡਾ ਵੀ ਦਿਲ ਕਰਦਾ ਇੱਕ ਵਾਰੀ ਭੱਜ ਨੱਸ ਕੇ ਭੰਗੜਾ ਪਾਈਏ। ਤੇ ਮਹਾਰਾਜ ਕਹਿੰਦੇ ਹੋ ਸਕਦਾ ਪਸ਼ੂ ਵੀ ਖੁੱਲ ਜਾਣ। ਮੋਰਾਂ ਨੇ ਵੀ ਗੀਤ ਗਾਏ, ਪਪੀਹਿਆਂ ਨੇ ਵੀ ਗਾਏ, ਪੰਛੀਆਂ ਨੇ ਵੀ। ਆਹ ਪਤਾ ਨਹੀਂ ਮੂੰਹ ਬਣਾ ਕੇ ਕਿਉਂ ਬੈਠਾ, ਇਹਨੂੰ ਪਤਾ ਨਹੀਂ ਕਿਉਂ ਨਹੀਂ ਜੀ ਕਰਦਾ ਕਿ ਮੈਂ ਵੀ ਬੰਦਰਾਂ ਦਾ ਕਿੱਲਾ ਖੋਲ ਦਾਂ ਕਿ ਮੈਂ ਕਿੱਲੇ ਨੇ ਵੱਜੇ। ਤੂੰ ਇਹਦੇ ਅੱਜ ਹੀ ਗੁਰਦੁਆਰੇ ਆ ਜਾ, ਸੰਗਰਾਂਦ ਹੈ, ਰੱਸਾ ਖੋਲਦਾ। ਸਾਡਾ ਤੇ ਖੁੱਲ੍ਹਾ ਹੀ ਆ ਵੈਸੇ, ਸਾ ਮਰਜ਼ੀ ਦੇ ਮਾਲਕ ਆ, ਜਿੱਥੇ ਮਰਜ਼ੀ ਜਾ ਸਕਦੇ ਆ। ਤੋ ਇਸ ਕਰਕੇ ਭਾਗਾਂ ਵਾਲਿਓ, ਤੁਸੀਂ ਭਾਵਨਾ ਵਾਲੇ ਜੁੜਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹੀਨਾ ਹੈ ਬੜਾ ਸੁੰਦਰ। ਇਹਦੇ 'ਚ ਜੀਵ ਜੰਤੂ, ਦਰਖਤ, ਕੁਦਰਤ ਜਿਹੜੀ ਹੈ ਉਹ ਵੀ ਨਾਚ ਕਰਦੀ ਹੈ। ਤੇ ਨਾਚ ਕਿਸ ਤਰ੍ਹਾਂ ਕਰਦੀ ਕਿ ਜਦੋਂ ਵਰਖਾ ਹੁੰਦੀ ਹੈ, ਉਹਦਾ ਇਸ਼ਨਾਨ ਹੁੰਦਾ ਤੇ ਪੱਤੇ ਨਾ ਪੱਤਾ ਭਿੜ ਕੇ ਉਹ ਜਾਣੀ ਉਹ ਵੀ ਖੁਸ਼ੀ ਜ਼ਾਹਰ ਕਰਦਾ, ਚਮਕ ਜਾਂਦੇ ਨੇ ਦਰਖਤ ਸਾਰੇ ਪਾਸੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸਾਵਣ ਸਰਸੀ ਕਾਮਣੀ। ਕਾਮਣੀ ਆਖਿਆ ਸਾਡੀ ਦੇਹੀ ਨੂੰ, ਕਹਿੰਦੇ ਸੜੀ ਬਲੀ ਰਹਿੰਦੀ ਆ ਸਾਡੀ ਜਿਹੜੀ ਦੇਹੀ ਹੈ। ਸਾਡੀਆਂ ਅੱਖਾਂ ਕਦੇ ਪਿਆਰ ਨਹੀਂ ਆਇਆ, ਨਫ਼ਰਤ ਨਾਲ ਭਰੀਆਂ ਨੇ।
ਸਾਡੇ ਚਿਹਰੇ ਤੇ ਕਦੇ ਰੌਣਕ ਨਹੀਂ ਦਿਸੀ, ਮੱਥੇ ਤੇ ਤਿਉੜੀਆਂ ਨੇ। ਤੇ ਸਾਹਿਬ ਕਹਿੰਦੇ ਸਾਉਣ ਦਾ ਮਹੀਨਾ ਹੋਵੇ, ਹੁਣ ਤੇ ਭੈੜੇ ਤੋਂ ਭੈੜਾ ਦਰਖਤ ਵੀ ਨਹਾ ਧੋ ਕੇ ਨਿਖਰ ਗਿਆ ਹੈ। ਪਸ਼ੂ ਪੰਛੀ ਵੀ ਗੀਤ ਗਾਉਂਦੇ, ਮੱਝਾਂ ਕਿੱਲੇ ਤੇ ਭੰਗੜਾ ਪਾਈ ਜਾਂਦੀਆਂ, ਉਹਦਾ ਰੱਸਾ ਖੁੱਲ੍ਹਣ ਨੂੰ ਪੈਂਦੀਆਂ। ਤੇ ਭਲਿਆ ਤੂੰ ਕਾਹਤੋਂ ਮਾਯੂਸ ਹੋ ਗਿਆ? ਕਹਿੰਦੇ ਮਹਾਰਾਜ ਕੀ ਕਰਾਂ ਪਾਤਸ਼ਾਹ? ਕਹਿੰਦੇ ਸਾਵਣ ਸਰਸੀ ਕਾਮਣੀ, ਹੇ ਕਾਮਣੀ, ਹੇ ਮੇਰੀ ਦੇਈ, ਥੋੜਾ ਜਿਹਾ ਉਦਮ ਕਰ। ਕੀ ਉਦਮ ਕਰ? ਚਰਨ ਕਮਲ ਸਿਉ ਪਿਆਰ। ਕਹਿੰਦੇ ਗੁਰੂ ਦੇ ਚਰਨ ਕਮਲ ਕੀ ਹੈ? ਗੁਰੂ ਕੀ ਸੰਗਤ। ਜਿੱਥੇ ਗੁਰੂ ਦਾ ਗਿਆਨ ਮਿਲਦਾ ਹੈ, ਕਹਿੰਦੇ ਜਾ ਉੱਠ ਕੇ ਇਸ ਦੇਈ ਨੂੰ ਜਲ ਪਾਣੀ ਦੇ ਨਾਲ ਸੁੱਚਾ ਕਰਕੇ ਤੇ ਚੱਲ ਜਾ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਏ। ਯਤਨ ਕਰਕੇ ਆਪਣੇ ਆਪ ਨੂੰ ਸੰਕੋਚ ਕੇ, ਜਿੱਥੇ ਜੁੱਤੀ ਲਾਈ ਆਪਦੀ ਉੱਥੇ ਬੁਰਿਆਈਆਂ ਲਾ ਦੇ ਤੇ ਸਾਰਾ ਕੁਝ ਲਾ ਧੋ ਕੇ ਤੇ ਆ ਜਾ। ਮਾਰੇ ਕਹਿੰਦੇ ਜਿੱਥੇ ਜੁੜ ਬਹਿ ਜਾ ਆਰਾਮ ਨਾਲ। ਫਿਰ ਜਿੱਦਾਂ ਮੀਂਹ ਪੈਂਦਾ ਏ ਤੇ ਜਿਹੜਾ ਮੀਂਹ ਦੇ ਵਿੱਚ ਛਤਰੀ ਲੈ ਲੂ ਜਾਂ ਅੰਦਰ ਵੜ ਜੂ, ਉਹਨੂੰ ਥੋੜਾ ਭਿੱਜਣਾ। ਹੁਣ ਕਥਾ ਦਾ ਮੀਂਹ ਪੈਂਦਾ, ਕੀਰਤਨ ਦਾ, ਬਾਣੀ ਦਾ, ਕਈ ਇੱਦਾਂ ਦੇ ਜਿਹੜੇ ਬੂਹਾ ਢੋਲੇ ਨੇ ਕੰਨਾਂ ਦਾ ਵੀ ਨਹੀਂ ਸੁਣਨਾ ਚਾਹੁੰਦੇ, ਉਹਨਾਂ ਨੂੰ ਫਿਰ ਇਹ ਇਸ਼ਨਾਨ ਨਹੀਂ ਹੁੰਦਾ ਅੰਮ੍ਰਿਤ ਦਾ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸ਼ਬਦ ਦਾ ਮੀਂਹ ਤੇ ਰੋਜ਼ ਪੈਂਦਾ, ਦੂਜਾ ਤੇ ਕਿਤੇ ਕਿਤੇ ਪੈਂਦਾ। ਤੇ ਸਾਹਿਬ ਕਹਿੰਦੇ ਜਿਹੜੀਆਂ ਰੂਹਾਂ ਕਥਾ ਕੀਰਤਨ ਮਹਾਂਪੁਰਖ ਕਹਿੰਦੇ ਹੁੰਦੇ ਸੀ, ਜਿਹੜੀ ਬਾਣੀ ਹੈ ਨਾ ਇਹ ਵਰਖਾ ਹੈ ਤੇ ਕੀਰਤਨ ਮੋਲੇ ਧਾਰ ਆ, ਜਿਹੜਾ ਜਦੋਂ ਇੱਕੇ ਵਾਰੀ ਪੈਂਦਾ ਤੇ ਟੋਏ ਪਾ ਦਿੰਦਾ। ਤੇ ਮਹਾਰਾਜ ਕਹਿੰਦੇ ਜਿਹੜੀ ਕਥਾ ਹੈ ਇਹ ਝੜੀ ਹੈ, ਵੀ ਜਿਹੜੀ ਝੜੀ ਲੱਗ ਜਾਣੀ, ਥੋੜਾ ਥੋੜਾ ਪਈ ਜਾਣਾ, ਸਿੰਮੀ ਜਾਣਾ, ਪਈ ਜਾਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਐ ਉਹ ਫਿਰ ਇਸ ਅੰਮ੍ਰਿਤ ਦੀ ਵਰਖਾ ਦੇ ਵਿੱਚ ਇਸ਼ਨਾਨ ਕਰਦੇ ਐ। ਤੇ ਫਿਰ ਕੀ ਹੁੰਦਾ ਹੈ? ਸਾਵਣ ਸਰਸੀ ਕਾਮਣੀ, ਇਹ ਜਿਹੜੀ ਸਾਡੀ ਦੇਹ ਸੜੀ ਬਲੀ ਐ ਸਾਰਸੀ, ਇਹ ਰਸਾਂ ਦੇ ਨਾਲ ਭਰ ਜਾਂਦੀ। ਭਾਵ ਇਹਦਾ ਰੰਗ ਰੂਪ ਹੀ ਬਦਲ ਜਾਂਦਾ ਹੈ, ਇਹਦਾ ਹੁਨਰ ਹੀ ਬਦਲ ਜਾਂਦਾ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਕਹਿੰਦੇ ਬੰਦੇ ਦਾ ਮਨ ਤੇ ਤਨ ਦੋ ਚੀਜ਼ਾਂ ਵਾ, ਸਾਡਾ ਸੂਖਮ ਤੇ ਅਸਥੂਲ। ਤਨ ਦਿਸ ਰਿਹਾ ਹੈ, ਮਨ ਨਹੀਂ ਨਾ ਦੀਦਾ, ਤੇ ਮਨ ਨੂੰ ਪਕੜ ਵੀ ਕੋਈ ਨਹੀਂ ਸਕਦਾ। ਇਹਦੇ ਲਈ ਕੋਈ ਬਿਸਤਰਾ ਨਹੀਂ ਬਣਿਆ, ਕੋਈ ਲੋਕਰ ਨਹੀਂ ਬਣਿਆ, ਕੋਈ ਜੇਲ੍ਹ ਨਹੀਂ ਬਣੀ। ਸਰੀਰ ਨੂੰ ਤਾੜਿਆ ਜਾ ਸਕਦਾ, ਮਨ ਨੂੰ ਨਹੀਂ ਤਾੜਿਆ ਜਾ ਸਕਦਾ। ਇਸ ਕਰਕੇ ਸਾਹਿਬ ਜੀ ਕੀ ਕਹਿੰਦੇ ਆ? ਕਹਿੰਦੇ ਮਨ, ਬੰਦੇ ਦਾ ਮਨ ਪਹਿਲਾਂ ਕਾਬੂ ਆ ਜੀ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਜਨਕ ਨੇ ਅਸ਼ਟਾਵਕਰ ਨੂੰ ਆਖਿਆ ਸੀ, ਉਹ ਕਹਿੰਦੇ ਮੈਨੂੰ ਗੁਰੂ ਧਾਰਨ ਕੀਤਾ ਤੇ ਤਿੰਨ ਚੀਜ਼ਾਂ ਚੋਂ ਇੱਕ ਦੇ ਦੇ। ਕਹਿੰਦੇ ਕੀ? ਕਹਿੰਦੇ ਜਾਂ ਮਨ ਦੇ ਦੇ, ਜਾਂ ਧਨ ਤੇ ਜਾਂ ਤਨ। ਇਹਨਾਂ ਮੈਨੂੰ ਸਲਾਹ ਕਰ ਲੈਂਦੇ ਹੋ, ਕੱਲ ਨੂੰ ਦੱਸੂਗਾ। ਸਲਾਹ ਕੀਤੀ ਆਪਣੇ ਘਰ ਆਪਣੀਆਂ ਰਾਣੀਆਂ ਪਟਰਾਣੀਆਂ ਨਾਲ, ਕਹਿੰਦੇ ਕਿਹੜੀ ਚੀਜ਼ ਦਈਏ? ਕਹਿੰਦੇ ਵੀ ਕਿੱਦਾਂ, ਕੀ ਮੰਗਿਆ? ਕਹਿੰਦੇ ਉਹਨੇ ਕਿਹਾ ਤਿੰਨਾਂ ਚੋਂ ਇੱਕ ਦੇ ਦੇ, ਜਾਂ ਆਪਣਾ ਤਨ ਦੇ ਦੇ, ਜਾਂ ਮਨ ਦੇ ਦੇ, ਤੇ ਜਾਂ ਸਾਰਾ ਪੈਸਾ ਟੈਕਾ ਦੇ ਦੇ। ਕਹਿੰਦਾ ਵੀ ਜੇ ਤੇ ਆਪਾਂ ਦਿੰਨੇ ਪੈਸਾ ਟੈਕਾ ਤੇ ਆਪਾਂ ਨੰਗ ਹੋ ਜਾਣਾ, ਦਿਹਾੜੀਆਂ ਕਰਾਂਗੇ, ਆਪਾਂ ਪੈਸਾ ਨਹੀਂ ਦੇਣਾ। ਕਹਿੰਦੇ ਫਿਰ ਤਨ ਦੇ ਦਿਓ। ਕਹਿੰਦਾ ਜੇ ਤਨ ਦੇਤਾ ਤੇ ਫਿਰ ਸਰੀਰ ਤੇ ਉਹਨੇ ਰੱਖ ਲੈਣਾ ਤੇ ਉਹ ਫਿਰ ਨੌਕਰੀ ਕਰਾਊਗਾ ਇਹਦੇ ਤੋਂ। ਕਹਿੰਦੇ ਫਿਰ ਮਨ ਕਹਿੰਦਾ ਇਹ ਵਿਹਲਾ ਹੀ ਆ, ਇਹ ਨਹੀਂ ਪਤਾ ਵੀ ਸਾਰੇ ਪਵਾੜੇ ਦੀ ਜੜ ਬੰਦੇ ਦਾ ਇਹ ਮਨ ਟਿਕ ਗਿਆ। ਤੇ ਬਾਣੀ ਕਹਿੰਦੀ ਮਨ ਜੀਤਾ ਇਹੋ ਤੇ ਕਾਬੂ ਨਹੀਂ ਆਉਂਦਾ। ਘਰੋਂ ਕਹਿੰਦਾ ਚੱਲ 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 ਗੁਰਦੁਆਰੇ ਚਲੀਏ, ਘਰੋਂ ਕੱਢ ਕੇ ਲਿਆਉਂਦਾ ਤੇ ਜਦੋਂ ਇੱਥੇ ਬਹਿੰਦਾ ਫਿਰ ਕਹਿੰਦਾ ਚੱਲ 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 ਉੱਠ ਤਾਂ ਚੱਲੀਏ ਬਾਹਰ ਨੂੰ। ਇਹ ਨਹੀਂ ਟਿਕਣ ਦਿੰਦਾ। ਹੁਣ ਇੱਥੋਂ ਤਰਲੇ ਲੈ ਲੈ ਕੇ ਵੀਜ਼ਾ ਲਵਾਇਆ, ਮਹਾਂ ਉੱਥੇ ਪਹੁੰਚਾ 32-30 ਲੱਖ ਲਾ ਕੇ, ਹੁਣ ਉੱਥੇ ਜਾ ਕੇ ਮਨ ਨਹੀਂ ਲੱਗਣ ਦਿਆ, ਕਹਿੰਦਾ ਮੈਂ ਆ ਜਾਣਾ। ਘਰ ਦੇ ਕਹਿੰਦੇ ਮਿੰਨਤ ਵਾਲੀ ਗੱਲ, ਹੱਥ ਜੁੜਾਏ ਸਾਡੇ, ਮਿੰਨਤ ਵਾਲੀ ਗੱਲ। ਇੱਥੇ ਆਇਆ ਪਰਿਵਾਰ ਅੱਜ, ਉਹ ਉੱਥੇ ਪਹੁੰਚ ਕੇ ਕਹਿੰਦਾ ਮੇਰਾ ਜੀ ਨਹੀਂ ਲੱਗਣ ਦਿਆ। ਉਹ ਕਹਿੰਦੇ ਤੂੰ ਜੀ ਭਾਲਦਾ ਜੇ ਵਾਪਸ ਆ, ਅਸੀਂ ਸਾਰੇ ਉਂਝ ਮਰ ਜਾਣਾ। ਸਤਨਾਮ 32-34 ਲੱਖ ਰੁਪਈਆ ਲਾ ਕੇ, ਤੇ ਵੇਖੋ ਇੱਕ ਇੱਥੇ ਬੈਠਾ ਵਾ ਜਿਹਨੇ ਅਜੇ ਜਾਣਾ, ਤੇ ਉਹ ਉੱਥੇ ਪਹੁੰਚ ਕੇ ਰੋਣ ਦਿਆ, ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤੁਹਾਡੇ ਬਿਨਾਂ।
ਤੇ ਮੈਨੂੰ ਨਹੀਂ ਜੇ ਪਤਾ ਤੇ ਮੇਰੀ ਲੋ ਪੈਲੀ ਵਿੱਚੋਂ ਮੈਂ ਆ ਜਾਣਾ। ਉਹ ਕਹਿੰਦੇ ਬਾਬਾ ਅਰਦਾਸ ਕਰੋ ਇਹਦਾ ਮਨ ਮੁਣ ਵੱਜੇ ਤੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ। ਮੈਂ ਕਿਹਾ ਮੇਰਾ ਤੇ ਆਪ ਨਹੀਂ ਵੱਜਦਾ ਤੇ ਤੁਹਾਡਾ ਕਿੱਥੋਂ ਵੱਜੂਗਾ। ਇਹ ਤੇ ਮਹਾਰਾਜ ਕਹਿੰਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਕੋਈ ਵਿਰਲਾ ਹੀ ਆ ਕਰੋੜਾਂ ਚੋਂ ਜਿਹਦਾ ਮਨ ਵੱਜ ਗਿਆ। ਇਹਨੂੰ ਬਦਲਣਾ ਸੌਖਾ ਕਿਤੇ? ਇਹਨੂੰ ਗੁਰੂ ਸਾਹਿਬ ਹੀ ਬਣ ਗਏ ਜਾਂ ਪੀਰ ਫਕੀਰ ਬਣ ਗਏ। ਕਾਬੂ ਨਹੀਂ ਆਉਣ ਵਾਲੀ ਚੀਜ਼। ਇਹ ਮਿੰਟ 'ਚ ਦਿਲ ਦਰਿਆ ਹੋ ਜਾਂਦਾ, ਮਿੰਟ 'ਚ ਰੋਣ ਲੱਗ ਪੈਂਦਾ। ਕਾਬੂ ਜਿਹੜਾ ਊਬ ਚੜ੍ਹਤ ਹੈ ਕਬਹੁ ਜਾਏ ਪਿਆਲੇ। ਕਈ ਵਾਰੀ ਇੰਨਾ ਕੁ ਦਿਆਲ ਹੁੰਦਾ, ਕਹਿੰਦਾ ਦੱਸੋ ਕੀ ਕਰਨਾ। ਤੇ ਕਬੂ ਜਾਏ ਪਿਆਲੇ, ਕਈ ਵਾਰੀ ਤਾਂ ਢੇਰੀ ਜੀ ਢਾਹ ਕੇ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਹੈਗਾ। ਤੇ ਮਾਰੇ ਕਹਿੰਦੇ ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਡਾ ਭਾਗੇ। ਕਹਿੰਦੇ ਚਾਰੇ ਪਾਸੇ ਭੱਜਦਾ ਫਿਰਦਾ, ਇਹਨੇ ਟਿਕਣਾ ਕੋ ਨਹੀਂ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਉਹ ਕਹਿੰਦੇ ਵੀ ਇੱਕ ਚੀਜ਼ ਦੇ ਦੇ। ਸਲਾਹ ਸਲੂਹ ਕਰਕੇ ਆ ਗਿਆ। ਕਹਿੰਦਾ ਜੀ ਮਨ ਲੈ ਲਓ। ਕਹਿੰਦੇ ਵੇਖ ਲਾ ਮੁੜ ਕੇ ਨਾ ਕਿ ਮੈਂ ਵਾਪਸ ਨਹੀਂ ਕਰਨਾ ਜਿਹੜੀ ਚੀਜ਼ ਤੂੰ ਮੰਗ ਲਈ। ਕਹਿੰਦੇ ਮੇਰਾ ਮਨ ਲੈ ਲਓ। ਉਹਨੇ ਹਿਸਾਬ ਲਿਆ ਵੀ ਇਹ ਵਿਹਲਾ ਹੀ ਆ, ਵੀ ਧਨ ਵੀ ਚਾਹੀਦਾ ਮੈਨੂੰ ਤੇ ਪੈਸਾ ਵੀ ਚਾਹੀਦਾ। ਜਿਹੜੀ ਮੇਨ ਚੀਜ਼ ਸੀ ਉਹ ਮਨ ਹੈ। ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਤੋਂ ਕੁਝ ਨਹੀਂ ਮੰਗਦੇ। ਜਦੋਂ ਮੰਗਦੇ ਇੱਕੋ ਚੀਜ਼ ਮੰਗਦੇ, ਮਨ। ਮਨ ਵੇਚਿਆ। ਹੁਣ ਤੁਸੀਂ ਮਨ ਵੇਚਿਆ ਤੇ ਤੁਸੀਂ ਬਹਿ ਗਏ ਨਾ 50 ਮਿੰਟ ਬਹਿਣਾ ਤੁਸੀਂ। ਹੁਣ ਜਿਹਦਾ ਮਨ ਨਹੀਂ ਗੁਰੂ ਕੋਲੇ, ਉਹਨੇ ਭੱਜ ਜਾਣਾ, ਉਹਨੇ ਦੂਜੇ ਨੂੰ ਵੀ ਲੈ ਜਾਣਾ ਨਾਲ। ਉਹਦਾ ਮਨ ਨਹੀਂ ਲੱਗਣ ਦਿਆ। ਇਹ ਤੁਹਾਡੇ ਤੇ ਕਿਰਪਾ ਹੋ ਚੁੱਕੀ ਆ, ਤਰਸ ਹੋ ਚੁੱਕਾ। ਜਿਹੜਾ ਤੁਹਾਡਾ ਮਨ ਮੰਨ ਗਿਆ ਵੀ 1 ਘੰਟਾ ਨਹੀਂ ਉੱਠਣਾ ਸੰਗਤ ਚੋਂ। ਮੰਨੇ ਕੀ ਗੱਲ। ਸੋ ਰਾਜੇ ਨੇ ਕੀ ਕੀਤਾ? ਕਹਿੰਦੇ ਮਨ ਲੈ ਲੈ। ਕਹਿੰਦਾ ਮੌਕਾ ਹੈਗਾ ਹੀ, ਦੱਸ ਦੇ, ਮੁੜ ਕੇ ਨਾ ਅੱਖੀਂ ਵਾਪਸ ਨਹੀਂ ਆਉਣਾ। ਕਹਿੰਦਾ ਮਨ ਲੈ ਲਓ। ਜਦੋਂ ਮਨ ਲੈਣ ਲੱਗੇ ਕਹਿੰਦੇ ਦੇਤਾ। ਤੇ 15 ਕੁ ਮਿੰਟ ਬੀਤੇ ਬੈਠਿਆਂ ਧਿਆਨ ਦੇਣਾ ਜੀ। ਆਖੋ ਸਤਿਨਾਮ। ਤੇ ਕਹਿੰਦਾ ਚੰਗਾ ਫਿਰ ਗੁਰੂ ਜੀ ਮੈਂ ਚੱਲਦਾ। ਘੋੜੇ ਤੇ ਲੱਗਾ ਚੜਨ ਤੇ ਉਹਨੇ ਉੱਥੋਂ ਹੀ ਕੰਨੋਂ ਫੜ ਲਿਆ। ਕਹਿੰਦੇ ਕਿੱਧਰ? ਕਹਿੰਦੇ ਜੀ ਮੈਂ ਘਰ ਨੂੰ ਜਾਣਾ। ਕਹਿੰਦਾ ਕਾਹਤੋਂ ਜਾਣਾ ਏ? ਕਹਿੰਦਾ ਮੇਰੇ ਮਨ 'ਚ ਆਇਆ ਵੀ ਕਈ ਕੰਮ ਕਰਨ ਵਾਲੇ ਥੱਲੇ ਉਤਰ। ਕਹਿੰਦਾ ਉੱਤਰ ਥੱਲੇ। ਕਹਿੰਦਾ ਮੈਨੂੰ ਕੀ ਦਿੱਤਾ ਈ? ਮੈਨੂੰ ਕੀ ਦਿੱਤਾ? ਤੂੰ ਤਿੰਨਾਂ ਚੀਜ਼ਾਂ 'ਚੋਂ ਤਣ ਤੇ ਧਨ ਨਹੀਂ ਦਿੱਤਾ। ਕਹਿੰਦਾ ਮਨ ਦਿੱਤਾ। ਕਹਿੰਦਾ ਫਿਰ ਤੇਰਾ ਮਨ ਤੇ ਮੇਰੇ ਕੋਲ ਆ ਤੇ ਤੇਰਾ ਮਨ ਕਿੱਦਾਂ ਕਰ ਪਿਆ ਕਰੇ ਜਾਣਾ? ਬਹਿ ਇੱਥੇ। ਤੂੰ ਮਨ ਵੇਚਿਆ ਨਾ ਮੈਨੂੰ, ਹੁਣ ਤੇਰੇ ਮਨ ਤੇ ਮੇਰਾ ਕਬਜ਼ਾ ਵਾ। ਮੈਂ ਕਹੂੰਗਾ ਭਾਂਡੇ ਧੋ, ਤੈਨੂੰ ਧੋਣੇ ਪੈਣੇ। ਮੈਂ ਕਹੂੰਗਾ ਜਾ ਜੁੱਤੀਆਂ ਸਾਫ਼ ਕਰ ਤੈਨੂੰ। ਮੈਂ ਕਹੂੰਗਾ ਜਾ ਕੇ ਲੰਗਰ ਪਕਾ ਤੈਨੂੰ। ਇਹੋ ਚੀਜ਼ ਗੁਰੂ ਮੰਗਦਾ ਤੁਹਾਡੇ ਤੋਂ ਵੀ ਤੁਹਾਡਾ ਜਿਹੜਾ ਮਨ ਨਾ ਇਹ ਦੇ ਦਿਓ। ਉਹ ਮੱਥੇ ਤੇ ਹੱਥ ਰੱਖੇ। ਕਹਿੰਦੇ ਬਾਬਾ ਇਹ ਕੀ ਕੀਤਾ? ਕਹਿੰਦੇ ਤੂੰ ਕਿਆ ਵਿਹਲਾ ਫਿਰਦਾ, ਸਾਰੇ ਜੱਬ ਨੂੰ ਦੇਨੇ ਫੜਾਇਆ ਲੋਕਾਂ ਨੂੰ। ਇਹਦੀ ਤੇ ਖੇਡ ਆ ਸਾਰੀ। ਜਿੱਦਣ ਇਹ ਟਿਕ ਗਿਆ ਉਦਣ ਆਨੰਦ ਨਾ ਆ ਜਾਊਗਾ। ਇਹ ਨਹੀਂ ਟਿਕਦਾ। ਮਾਰੇ ਕਹਿੰਦੇ ਮਨ ਤਨ ਰੱਤਾ ਸੱਚ ਰੰਗ। ਕਹਿੰਦੇ ਇਸ ਮਨ ਨੂੰ ਤੇ ਤਨ ਨੂੰ ਜੇ ਸੱਚਾ ਰੰਗ ਚੜ੍ਹਨਾ ਨਾ, ਇਹਨੂੰ ਟਿਕਾਉਣ ਵਾਲਾ ਕੋਈ ਪਿੰਜਰਾ ਵਾ ਤੇ ਇੱਕੋ ਨਾਮ ਆਧਾਰ। ਉਹ ਕੀ ਹੈ? ਵਾਹਿਗੁਰੂ 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 ਬਸ ਆਵੇ ਨਾਨਕਾ। ਭਾਈ ਤਾਰੂ ਸਿੰਘ ਸਾਹਿਬ ਜੀ ਨੇ ਬੱਸ 'ਚ ਕੀਤਾ ਸੀ। ਸਮਾਪਤੀ ਦੇ ਤੁਹਾਨੂੰ ਦਰਸ਼ਨ ਕਰਾਵਾਂਗਾ ਉਸ ਸਿੱਖ ਦੀ ਅੱਜ ਸ਼ਹੀਦੀ ਕਿੱਦਾਂ ਹੋਈ। ਇਹ ਕਿਤੇ ਐਵੇਂ ਨਹੀਂ ਪਿਆਰਿਓ, ਬੜੀ ਵੱਡੀ ਇਹ ਹਸਤੀ ਹੈ ਮਨ। ਇਹ ਗੁਰੂ ਅੱਗੇ ਰੋਜ਼ ਤਰਲੇ ਲੈਣੇ ਪੈਂਦੇ, ਫਿਰ ਕਾਬੂ ਆਉਂਦਾ। ਤੇ ਜਦੋਂ ਕਾਬੂ ਆ ਗਿਆ ਤੇ ਫਿਰ ਸਮਝ ਲਓ ਟਿਕਾਣਾ ਮਿਲ ਗਿਆ। ਨਹੀਂ ਤੇ ਹੁਣ ਨਮਾਜ਼ ਪੜ੍ਹੀ ਸੀ ਉੱਥੇ ਬਾਬੇ ਨੇ ਤੇ ਇਹੋ ਚੱਕਰ ਹੋਇਆ। ਮਾਰੇ ਕਹਿੰਦੇ ਕਾਜੀ ਸਾਹਿਬ ਤੁਸੀਂ ਇੱਥੇ ਨਹੀਂ ਹੈਗੇ, ਤੁਹਾਡਾ ਸਰੀਰ ਇੱਥੇ ਬੈਠਾ ਮਸਜਿਦ ਵਿੱਚ, ਤੁਸੀਂ ਤੇ ਕਾਬਲ 'ਚ ਤੁਰੇ ਫਿਰਦੇ। ਮਨ ਦੀ ਖੇਡ ਆ ਸਾਰੀ। ਤੇ ਮਨ ਹੀ ਆਪਣੇ ਵਿੱਚ ਮੇਨ ਆ, ਸਰੀਰ ਦਾ ਕੀ ਕਰਨਾ।
ਆਪਾਂ ਕਹਿ ਦਿੰਦੇ ਨਾ ਵੀ ਜਦੋਂ ਕੋਈ ਵੀ ਚੀਜ਼ ਮਨ ਤੇ ਡਿਪੈਂਡ ਕਰਦੀ ਹੈ ਤੇ ਮਹਾਰਾਜ ਕਹਿੰਦੇ ਨਾਮ ਦੇ ਨਾਲ ਇਹਨੂੰ ਆਸਰਾ ਮਿਲਣਾ ਹੈ। ਵਿਖਿਆ ਰੰਗ ਕੁੜਾਵਿਆ ਦਿਸਨ ਸਭੈ ਛਾਰ। ਕਹਿੰਦੇ ਆ ਜਿਹੜੇ ਤੇਰੇ ਦੁਨਿਆਵੀ ਧੰਦੇ ਨੇ ਨਾ, ਇਹ ਜ਼ਹਿਰ ਹੈ, ਇਹ ਕੂੜਾ ਰੰਗ ਹੈ, ਸੱਚਾ ਨਹੀਂ ਇਹ। ਦਿਸਨ ਸਭੇ ਛਾਰ, ਆ ਜੋ ਵੀ ਤੈਨੂੰ ਦੀਦਾ ਪਿਆ ਸਵਾਹ ਹੀ ਆ, ਇਹਦੇ ਵਿੱਚ ਕੁਝ ਨਹੀਂ ਲੱਭਣਾ ਤੈਨੂੰ, ਸਵਾਹ ਹੀ ਸਵਾਹ ਹੈ। ਕਿਉਂਕਿ ਜਦੋਂ ਆਪ ਹੀ ਸਵਾਹ ਹੋ ਜਾਣਾ ਤੇ ਸਾਰੇ ਰਿਸ਼ਤੇ ਵੀ ਸਵਾਹ ਹੀ ਹੋ ਜਾਣੇ। 6 ਫੁੱਟ ਦਾ ਬੰਦਾ ਢੇਰੀ ਲੱਗ ਜਾਣੀ ਆਪਣੀ। ਇਹ ਬਾਣੀ ਦੇ ਅਰਥ ਮੇਰੇ ਨਾਲ ਲੜ ਪਿਓ ਕਦੇ ਵੀ ਆਖੋ ਬਾਬਾ ਜੀ ਵਰੇ ਵਰੇ ਦਾ ਦੇਣਾ ਕਿੱਦਾਂ ਦੀਆਂ ਗੱਲਾਂ ਕਰਦੇ ਆ ਅੰਮ੍ਰਿਤਸਰ। ਭਾਈ ਸਾਹਿਬ ਜੀ ਪੜ੍ਹਨ ਦਾ ਦਿਸਣ ਸਭੇ ਛਾਰ, ਛਾਰ ਦਾ ਅਰਥ ਹੈ ਸਵਾਹ। ਗੁਰੂ ਮਹਾਰਾਜ ਅੱਜ ਦੇ ਮਹੀਨੇ 'ਚ ਕਹਿ ਰਿਹਾ ਵੀ ਜੋ ਵੀ ਤੈਨੂੰ ਦਿਸ ਰਿਹਾ, ਤੇਰੀ ਭੂਆ, ਚਾਚੀ, ਭਰਾ, ਘਰ ਵਾਲੀ, ਬੱਚੇ ਜਾਂ ਇਹ ਸਾਰੀ ਸਵਾਹ ਹੈ। ਇਹ ਤੇਰੇ ਨਾਲ ਹੀ ਜਦੋਂ ਤੂੰ ਸਵਾਹ ਹੋਇਆ ਨਾ, ਉਹ ਸਾਰਾ ਕੁਝ ਸਵਾਹ ਹੋ ਜਾਏਗਾ। ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਕਹਿੰਦੇ ਬੂੰਦ ਪੀਲਾ। ਛੋਟੇ ਹੁੰਦੇ ਸੀ ਨਾ ਪੋਲੀਓ ਬੂੰਦਾਂ ਪਿਉਣੀਆਂ, ਤੇ ਬੜਾ ਲੱਤਾਂ ਬਾਹਾਂ ਮਾਰਨੀਆਂ, ਤੇ ਉਹ ਸਾਡੀ ਆਂਗਣਵਾੜੀ ਦੀ ਟੀਚਰ ਹੁੰਦੀ ਸੀ, ਮੈਨੂੰ ਅਜੇ ਵੀ ਚੇਤਾ ਵਾ। ਤੇ ਉਹਨੇ ਕਹਿਣਾ ਬਾਹਾਂ ਫੜੋ ਤੇ ਲੱਤਾਂ ਨੂੰ, ਫਿਰ ਉਹਨੇ ਇੱਥੇ ਮੂੰਹ 'ਚ ਉਂਗਲਾਂ ਪਾ ਕੇ ਆ ਬਾਚੀਆਂ ਨੂੰ ਘੁੱਟ ਕੇ ਫਿਰ ਮੂੰਹ ਖੋਲ ਕੇ ਤੇ 2 ਬੂੰਦ ਜ਼ਿੰਦਗੀ ਕੀ। ਉਹ ਜਦੋਂ ਬੂੰਦ ਅੰਦਰ ਡਿੱਗਣੀ ਗਲੇ 'ਚ ਰਸ ਜਿਹਾ ਹੋਣਾ, ਤੇ ਫਿਰ ਚੀਕਾਂ ਵੀ ਬੰਦ ਹੋ ਜਾਣੀਆਂ, ਲੱਤਾਂ ਵੀ, ਤੇ ਫਿਰ ਕਹਿਣਾ ਮਾਂ ਹੋਰ ਪੀਣੀ ਆ। ਉਹਨੇ ਕਹਿਣਾ ਪੁੱਤੇ ਇੰਨੀਆਂ ਨਹੀਂ, 2 ਬੂੰਦ ਹੀ ਹੁੰਦੀ ਆ, ਉਹ ਮਿਲ ਗਈਆਂ ਚੱਲ ਗਏ। ਜਿੱਦ ਕਰਨੀ, ਕਹਿਣਾ ਨਹੀਂ ਮੈਂ ਹੋਰ ਪੀਣੀ ਆ। ਫਿਰ ਮੈਡਮ ਨੇ ਕਹਿਣਾ ਚਲ ਰਵਾਓ ਨਾ, ਲਿਆਓ ਰੇ 1 ਬੂੰਦ ਫੇਰ। ਜੇ ਪਹਿਲੋਂ ਵੇਲੋਂ ਲੱਤਾਂ ਫੜੀਆਂ, ਬਾਹਾਂ ਫੜੀਆਂ, ਬਾਚੀਆਂ ਖੋਲੀਆਂ, ਪਾਉਂਦਾ ਨਹੀਂ ਸੀ। ਉਹ ਹਾਲਤ ਸਾਡੀ ਹੈ ਵੀ ਸਾਡਾ ਗੁਰੂ ਅੰਮ੍ਰਿਤ ਦੀ ਬੂੰਦ ਪਾਉਣੀ ਚਾਹੁੰਦਾ ਤੇ ਲੱਤਾਂ ਬਾਹਾਂ ਮਾਰਦੇ ਹੈ, ਤੇ ਧੱਕੇ ਨਹੀਂ ਮਾਰੇ ਫੜ ਫੁੜ ਕੇ। ਜਿਹਦੇ 1 ਗਰਮ ਬੂੰਦ ਪੈ ਗਈ ਫਿਰ ਬਸ, ਫਿਰ ਤੁਸੀਂ ਭੌਰੇ ਬਣ ਜਾਣਾ। ਫਿਰ ਤੁਹਾਡੀ ਰਾਤ ਵੀ ਨਹੀਂ ਲੰਘਣੀ, ਦਿਨ ਵੀ ਨਹੀਂ ਲੰਘਣਾ। ਇੱਦਾਂ ਲੱਗਣਾ ਜੇ 5 ਮਿੰਟ ਵੀ ਉੱਤੇ ਹੋ ਗਏ, ਕਹਿਣਾ ਮੈਂ ਗੁਰੂ ਘਰ ਜਾਣਾ, ਉਹ ਮੇਰੇ 5 ਮਿੰਟ ਉੱਤੇ ਹੋ ਗਏ, ਮੈਨੂੰ ਛੱਡ ਦਿਓ। ਕਿਉਂਕਿ ਉਹ ਫਿਰ ਲੱਗ ਗਈ ਨਾ ਬੂੰਦ। ਤੁਹਾਡੇ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ। ਇਹ ਸੋਹਣੀ ਜੀ ਬੂੰਦ ਕਿੱਥੋਂ ਮਿਲਦੀ ਆ? ਮਿਲ ਸਾਧੂ ਪੀਵਣ। ਇਹ ਸੰਗਤਾਂ ਜਿੱਥੇ ਬਹਿੰਦੀਆਂ ਰੱਬ ਦਾ ਜਸ ਹੁੰਦਾ, ਇਹ ਬੂੰਦ ਉੱਥੋਂ ਮਿਲਦੀ ਆ। ਤੇ ਪਵਾਲਾ ਬਚਿਆ ਰਵੇਗਾ। ਜਿਹੜਾ ਜਮਾ ਰੂਪੀ ਪੋਲੀਓ ਆ ਤੈਨੂੰ ਹੋ ਜਾਣਾ, ਉਹ ਫਿਰ ਨਹੀਂ ਹੋਵੇਗਾ। ਵਣ ਤ੍ਰਿਣ ਪਰਬ ਸੰਗ ਮੌਲਿਆ ਸਮਰੱਥ ਪੁਰਖ ਆਪਾਰ। ਕਹਿੰਦੇ ਜਿਸ ਤਰ੍ਹਾਂ ਵਰਖਾ ਦੇ ਨਾਲ ਸਾਰੀ ਕੁਦਰਤ ਹਰੀ ਭਰੀ ਹੋ ਗਈ, ਫੁੱਲ ਖਿੜ ਗਏ, ਇੱਦਾਂ ਹੀ ਕਹਿੰਦੇ ਉਸ ਸਮਰੱਥ ਪੁਰਖ ਦੀ ਕਿਰਪਾ ਜਦੋਂ ਤੇਰੇ ਤੇ ਹੋ ਗਈ ਨਾ, ਇਹ ਤੇਰਾ ਵੀ ਇਹ ਜਿਹੜਾ ਭਾਂਡਾ ਹੈ ਸਰੀਰ ਰੂਪੀ, ਇਹ ਵੀ ਮੌਲਿਆ ਜਾਊਗਾ। ਭਾਵ ਤੇਰੇ ਹੱਥਾਂ 'ਚ, ਅੱਖਾਂ 'ਚ, ਕੰਨਾਂ 'ਚ, ਜ਼ੁਬਾਨ 'ਚ, ਸਾਰਿਆਂ 'ਚ ਬਰਕਤ ਆ ਜਾਵੇਗੀ। ਹਰ ਮਿਲਣਾ ਨੌ ਮਨ ਲੋਚਦਾ ਕਰਮ ਮਿਲਾਵਣ ਹਾਰ। ਕਹਿੰਦੇ ਮਹਾਰਾਜ ਮੇਰਾ ਬੜਾ ਜੀ ਕਰਦਾ ਕੀ ਕਰਨ ਨੂੰ? ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ। ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ। ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ। ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ, ਤਰਸ ਕਰਕੇ ਮੈਨੂੰ ਐਸਾ ਕਰਮ ਬਖਸ਼ੋ ਮੇਰਾ ਤੇਰਾ ਮੇਲ ਹੋ ਜਾਵੇ। ਜਿਨੀ ਸਖੀਏ ਪ੍ਰਭ ਪਾਇਆ, ਆਉ ਤਿਨ ਕੈ ਸਦ ਬਲਿਹਾਰ।
ਭੈਣੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਵਾਰੇ ਵਾਰੇ ਜਾਵਾਂ, ਉਹਨਾਂ ਰੂਹਾਂ ਤੋਂ ਸਦਕੇ ਜਾਵਾਂ, ਉਹਨਾਂ ਦੇ ਪੈਰੀਂ ਹੱਥ ਲਾਵਾਂ। ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਣ ਹਾਰ। ਕਹਿੰਦੇ ਨਾਨਕ ਹਰਿ ਜੀ ਮਇਆ ਕਰ। ਇੱਕ ਹੁੰਦੀ ਮਾਇਆ, ਇੱਕ ਹੁੰਦੀ ਮਾਇਆ। ਮਾਇਆ ਵਾ ਆਪਣੀ ਦੁਨਿਆਵੀ ਤੇ ਮਾਇਆ ਰੱਬ ਦਾ ਤਰਸ। ਤੇ ਸਾਹਿਬ ਜੀ ਕੀ ਮੰਗਦੇ ਆ? ਸਾਰੇ ਜਣੇ ਹੱਥ ਜੋੜੋ, ਆਖੋ ਨਾਨਕ ਹਰਿ ਜੀ ਮਇਆ ਕਰ। ਕਿ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਬਹੁਤ ਕਮਾਈ, ਕਈ ਆਈ ਤੇ ਕਈ ਗਈ, ਹੁਣ ਕਿਰਪਾ ਕਰ ਦਿਓ, ਮੈਨੂੰ ਮਾਇਆ ਨਹੀਂ ਚਾਹੀਦੀ, ਮੈਨੂੰ ਮਾਇਆ ਦਿਓ, ਆਪਣਾ ਤਰਸ ਦੇ ਦਿਓ, ਕਿਉਂਕਿ ਤੈਨੂੰ ਤਰਸ ਆ ਗਿਆ ਤੇ ਮੈਂ ਬਾਜੂਗਾ, ਤੇ ਜੇ ਤੂੰ ਲੇਖੇ ਵਾਲੀ ਕਿਤਾਬ ਕੱਢ ਲਈ ਤੇ ਮਾਂਜਿਆ ਜਾਣਾ, ਕਿਉਂਕਿ ਲੇਖਾ ਕਦੇ ਨਾ ਛੁੱਟਿਆ ਨਹੀਂ ਜਾਣਾ। ਬਾੜੇ ਕਰਮੇ ਨੇ ਕੀਤੇ ਆ, ਬਜਣਾ ਹੀ ਨਹੀਂ। ਤੇ ਮਹਾਰਾਜ ਜੀ ਮੇਰੇ ਤੇ ਹੁਣ ਤਰਸ ਕਰੋ, ਮੈਨੂੰ ਮਾਇਆ ਨਾ ਦਿਓ, ਮਾਇਆ ਕਰੋ। ਮਾਇਆ ਤੇ ਅੱਗੇ ਦੇ ਕੇ ਰੋਲਤਾ, ਏਦਾਂ ਦਾ ਰੋਲਿਆ ਵੀ ਤੇਰੇ ਤੋਂ ਦੂਰ ਚਲੇ ਗਏ, ਤੇਰੀ ਕਦੇ ਯਾਦ ਹੀ ਨਹੀਂ ਆਈ। ਹੁਣ ਜਦੋਂ ਮੰਜੇ ਤੇ ਬਹਿ ਗਏ ਆ, ਮਾਇਆ ਵੀ ਜ਼ਹਿਰ ਲੱਗਦੀ ਆ, ਕੋਈ ਨਹੀਂ ਪੁੱਛਦਾ, ਹੁਣ ਤੇਰੀ ਯਾਦ ਆਉਂਦੀ ਹੈ, ਹੁਣ ਤੇਰਾ ਨਾਮ ਨਹੀਂ ਜਪਿਆ ਜਾਣਾ। ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਨ ਰੂਹ ਦਾ ਕੰਠ। ਹੁਣ ਨਾ ਤੇ ਸੁਣਦਾ ਹੀ ਆ, ਨਾ ਦੀਦਾ ਹੀ ਆ, ਨਾ ਦਾਂਦੀ ਆ, ਮੂੰਹ 'ਚ ਨਾ ਚੌਂਕੜਾ ਹੀ ਵੱਜਦਾ ਵਾ, ਤੇ ਹੁਣ ਮੈਂ ਕੀ ਕਰਾਂਗਾ? ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਨੂੰ ਮਾਇਆ ਕਰਕੇ ਸ਼ਬਦ ਸਵਾਰਨ ਹਾਰ, ਮੈਨੂੰ ਸ਼ਬਦ ਦੇ। ਸ਼ਬਦ ਦੀ ਆਪਾਂ ਰੋਜ਼ ਵਿਚਾਰ ਕਰਦੇ ਹਾਂ, ਇਹ ਮੰਗਿਆ ਮਹਾਰਾਜ ਕਹਿੰਦੇ ਸ਼ਬਦ ਨੇ ਤੁਹਾਡਾ ਭਲਾ ਕਰਨਾ ਹੈ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਮਹਾਰਾਜ ਕਹਿੰਦੇ ਸਾਉਣ ਦਾ ਮਹੀਨਾ ਉਹਨਾਂ ਸੁਹਾਗਣ ਰੂਪੀ ਰੂਹਾਂ ਦਾ ਬਹੁਤ ਸੋਹਣਾ ਬਤੀਤ ਹੁੰਦਾ ਹੈ, ਕਿਉਂਕਿ ਸੁਹਾਗਣ ਸ਼ਬਦ ਦਾ ਭਾਵ ਹੈ ਵੀ ਜਿਵੇਂ ਰੁੱਤ ਸੋਹਣੀ ਹੋਵੇ, ਮੌਸਮ ਸੋਹਣਾ ਹੋਵੇ, ਤੇ ਉਦੋਂ ਘਰ 'ਚ ਪਿਆਰ ਵੀ ਚਾਹੀਦਾ। ਜੇ ਰੁੱਤ ਨੂੰ ਕੀ ਕਰਨਾ ਜੇ ਪ੍ਰੇਮ ਹੀ ਨਹੀਂ ਹੈਗਾ? ਸੋ ਮਹਾਰਾਜ ਜੀ ਕਹਿੰਦੇ ਸਾਵਣ ਦੇ ਮਹੀਨੇ 'ਚ ਤਿਨਾ ਸੁਹਾਗਣੀ, ਉਹ ਰੂਹਾਂ ਖਸਮ ਵਾਲੀਆਂ ਹੋ ਜਾਂਦੀਆਂ। ਕੌਣ? ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਚੱਲ ਪੈਂਦਾ। ਸੋ ਅੱਜ ਦੇ ਮਹੀਨੇ ਦੀ ਵਿਚਾਰ ਸੀ, ਮਹਾਰਾਜ ਸਾਰਿਆਂ ਨੂੰ ਸੁੱਖਾਂ ਭਰਿਆ ਬਤੀਤ ਕਰਨ। ਉਧਰ ਗੁਰੂ ਨਾਨਕ ਸਾਹਿਬ ਦੇ ਪਾਕ ਬੋਲ ਰਾਏ ਬੁਲਾਰ ਜੀ ਤੇ ਮਾਤਾ ਪਿਤਾ ਸੰਬੰਧੀਆਂ ਪ੍ਰਤੀ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ। ਦੋਹਰਾ ਸੁਨ ਸਰੋਨਨ ਮੈਂ ਸਮਝਿਆ ਹਿਰਦੈ ਅਸ ਬਿਦਰਾਏ। ਇਹਨੇ ਆਪਣੇ ਕੰਨਾਂ ਦੇ ਨਾਲ ਰਾਏ ਬੁਲਾਰ ਨੇ ਸੁਣਿਆ, ਜਿੱਦਾਂ ਤੁਸੀਂ ਕਥਾ ਸੁਣੀ ਆ। ਉੱਚੀ ਬੋਲੋ, ਵਾਹਿਗੁਰੂ 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 ਵਾਹਿਗੁਰੂ। ਇਹਦੇ ਕੰਨਾਂ ਦੇ ਨਾਲ ਸੁਣ ਕੇ ਯਕੀਨ ਹੋ ਗਿਆ ਬਾਪੂ ਰਾਏ ਬੁਲਾਰ। ਕੀ ਯਕੀਨ ਹੋ ਗਿਆ? ਕਿ ਗੁਰੂ ਨਾਨਕ ਸਾਹਿਬ ਘਰੇ ਨਹੀਂ ਰਹਿਣਗੇ। ਰਹੇ ਨ ਕੈਸੇ ਸਤਨ ਮਹਿ ਕਰਹਿ ਜੇ ਅਨਕ ਉਪਾਏ। ਇਹਦੇ ਮੇਰਾ ਅੰਦਰੇ ਨਿਸ਼ਚਾ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੂੰ ਜਿੰਨੇ ਵੀ ਕੋਈ ਯਤਨ ਮਰਜ਼ੀ ਕਰ ਲੇ, ਗੁਰੂ ਨਾਨਕ ਸਾਹਿਬ ਜੀ ਸਿਰਫ ਤੇ ਸਿਰਫ ਇੱਕੇ ਚੀਜ਼ ਦੀ ਕਮੀ ਹੈ, ਰੱਬ ਦੀ ਵੀ ਇੱਕ ਕਮਜ਼ੋਰੀ ਹੈ। ਸੁਣਿਆ ਰੱਬਾ ਤੇਰਾ ਵੀ ਕੋਈ ਯਾਰ ਆ, ਸੁਣਿਆ ਰੱਬਾ ਤੇਰਾ ਵੀ ਕੋਈ ਯਾਰ ਆ, ਫਿਰ ਸਾਡੇ ਵਾਂਗੂ ਪਿਆਰ ਕਰਕੇ ਵਿਖਾ। ਰੱਬ ਕਰਕੇ ਤੇਰਾ ਵੀ ਯਾਰ ਵਿਛੜੇ, ਫਿਰ ਯਾਰ ਬਿਨ ਜ਼ਿੰਦਗੀ ਬਿਤਾ ਕੇ ਵਿਖਾ। ਰੱਬ ਹਰ ਇੱਕ ਦੀ ਕਮਜ਼ੋਰੀ ਹੈ, ਮੇਰੀ ਵੀ, ਤੁਹਾਡੀ, ਸਾਰੇ, ਹਰ ਕਿਸੇ ਦੀ ਇੱਕ ਕਮਜ਼ੋਰੀ ਹੈ, ਤੇ ਮਹਾਰਾਜ ਦੀ ਵੀ ਇੱਕ ਕਮਜ਼ੋਰੀ ਹੈ। ਉਹ ਕੀ ਕਮਜ਼ੋਰੀ ਹੈ? ਵੀ ਜਿੱਥੇ ਕੋਈ ਰੱਜ ਕੇ ਪਿਆਰ ਕਰਦਾ ਨਾ, ਉੱਥੇ ਪਰਮੇਸ਼ਰ ਭੁੰਜੇ ਵੀ ਸੌ ਜਾਂਦਾ। ਸਿਰਫ ਰੱਬ ਦੀ ਇੱਕੋ ਕਮਜ਼ੋਰੀ ਹੈ ਵੀ ਰੱਬ ਪਿਆਰ ਦਾ ਭੁੱਖਾ। ਬਾਕੀ ਉਹਨੂੰ ਕੋਈ ਪਰੌਂਠੇ, ਕੋਈ ਪੂੜੀਆਂ, ਕੁਛ ਨਹੀਂ ਚਾਹੀਦਾ। ਉਹਨੂੰ ਸਿਰਫ ਤੇ ਸਿਰਫ ਕੋਈ ਸੱਚਾ ਪਿਆਰ ਕਰਨ ਵਾਲਾ ਮਿਲ ਜੇ, ਸਾਰੀ ਰਾਤ ਉਹਦੀ ਕੁੱਲੀ ਦੇ ਵਿੱਚ ਭੁੰਜੇ ਵੀ ਸੌ ਜਾਏ।
ਅੱਜ ਵੀ ਰਾਮ ਜੀ ਗਲੀ 'ਚ ਜਾ ਰਹੇ ਨੇ, ਪਰ ਭੀਲਣੀ ਦਾ ਘਰ ਕਿਤੇ ਲੱਭਦਾ ਹੀ ਨਹੀਂ ਪਿਆ। ਸਾਰੇ ਬੀਜੀ ਆਪੋ ਆਪਣੇ ਕੰਮ 'ਚ। ਅੱਜ ਵੀ ਕ੍ਰਿਸ਼ਨ ਜੀ ਪਿੰਡੋਂ ਪਿੰਡੀ ਜਾ ਰਹੇ ਨੇ, ਪਰ ਬਿਦਰ ਦਾ ਘਰ ਨਜ਼ਰ ਹੀ ਨਹੀਂ ਆ ਰਿਹਾ। ਅੱਜ ਵੀ ਗੁਰੂ ਨਾਨਕ ਸਾਹਿਬ ਟੋਲਦੇ ਪਏ ਐ, ਪਰ ਜਿੱਥੇ ਵੀ ਜਾਂਦੇ ਐ ਹਰ ਘਰ ਦੇ ਵਿੱਚ ਕੋਈ ਨਿਤਨੇਮ ਨਹੀਂ, ਕੋਈ ਸੇਵਾ ਨਹੀਂ, ਕੋਈ ਬੰਦਗੀ ਵਾਲੀ ਰੂਹ ਨਹੀਂ। ਦੀਦੀ ਮਹਾਰਾਜ ਅੱਗੇ ਹੋ ਕੇ ਵੇਂਦੇ ਆ ਵੀ ਇੰਨੇ ਪਿੰਡ ਇੰਨੇ ਘਰ, ਮੇਰਾ ਲਾਲੋ ਕਿੱਥੇ ਆ, ਮੇਰਾ ਲਾਲੋ ਕਿੱਥੇ ਹੈ। ਅੱਜ ਵੀ ਉਹ ਲੱਭਦੇ ਫਿਰਦੇ ਹਨ। ਇਸ ਕਰਕੇ ਰੱਬ ਦੀ ਵੀ ਕਮਜ਼ੋਰੀ ਹੈ, ਰੱਬ ਪਿਆਰ ਦਾ ਭੁੱਖਾ, ਜਿਹੜਾ ਅੱਜ ਸਾਡੇ ਚੋਂ ਮੁੱਕ ਗਿਆ। ਕਿਉਂਕਿ ਅਸੀਂ ਸਾਰਿਆਂ ਕੋ ਬਹਿ ਲੈਂਦੇ ਹਾਂ। ਭੂਆ ਆਈ ਹੈ 4-5 ਘੰਟੇ ਹਿੱਲੇ ਨਹੀਂ, ਭਾਬੀ ਆਈ, ਵੀਰ ਆਇਆ ਬਾਹਰੋਂ, ਸਭ ਨਾਲ 20-25 ਦਿਨ ਗੱਡੀਆਂ 'ਚ ਘੁੰਮਦੇ, ਥੱਕਦੇ ਨਹੀਂ। ਪਤਾ ਨਹੀਂ ਜਦੋਂ ਗੁਰੂ ਸਾਹਿਬ ਦੀ ਬਾਣੀ ਚੱਲਦੀ 5 ਮਿੰਟਾਂ 'ਚ ਹੀ ਥੱਕ ਜਾਂਦੇ। ਸੁਖਮਨੀ ਸਾਹਿਬ ਦਾ ਪਾਠ ਜਿਹੜਾ 1.5-2 ਘੰਟੇ ਦਾ, ਉਹ ਵੀ ਅਸੀਂ ਮਸਾਂ ਹੀ 25-30 ਗੇੜੇ ਕੱਢ ਕੇ ਇੱਧਰ ਉੱਧਰ ਤੇ ਫਿਰ ਭੋਗ ਪਾਈਦਾ। ਇਹ ਮਹਾਰਾਜ ਨੂੰ ਪਿਆਰ ਕਰਿਆ ਕਰੋ ਸਾਧ ਸੰਗਤ ਜੀ। ਜਿਹਨੇ ਆਪਣਾ ਅਸਲੀ ਸਾਥ ਦੇਣਾ ਉਹਨੂੰ ਆਪਾਂ ਟਾਈਮ ਨਹੀਂ ਦੇ ਰਹੇ, ਤੇ ਜਿਨ੍ਹਾਂ ਨੇ ਆਪਾਂ ਨੂੰ ਛੱਡ ਕੇ ਭੱਜਣਾ ਉਹਨਾਂ ਦੇ ਮਗਰ ਤੁਰੇ ਫਿਰਦੇ ਆ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਕਹਿੰਦੇ। ਇਸ ਕਰਕੇ ਪਾਤਸ਼ਾਹ ਜੀ ਇੱਕੇ ਚੀਜ਼ ਦੇ ਭੁੱਖੇ ਪਿਆਰ ਦੇ। ਤੇ ਰਾਏ ਬੁਲਾਰ ਨੇ ਪਿਆਰ ਕੀਤਾ ਤੇ ਮਾਰੇ ਕਹਿੰਦੇ ਬਾਪੂ ਤੇਰੇ ਕੋਲ ਆ ਗਏ। ਇਹ ਲਾਲਚ ਦੇ ਅੰਦਰ ਆ, ਤੇ ਇਸ ਤਰ੍ਹਾਂ ਨਹੀਂ ਮਹਾਰਾਜ ਕਹਿੰਦੇ ਮੈਂ ਮਿਲਦਾ। ਕਬਿਤ ਔਰ ਇਉ ਵਿਚਾਰ ਰਾਏ ਕਲ ਸੁਭਦਾਈ ਗਿਰਾ ਰੂਪ ਸੁਖਦਾਈ ਨਹਿ ਕਾਕੇ ਕਰ ਮਾਹੀ ਹੈ। ਦੇ ਹਿਰਦੇ 'ਚ ਚੰਗੀ ਤਰ੍ਹਾਂ ਵਿਚਾਰ ਕਰਕੇ ਰਾਏ ਬੁਲਾਰ ਜੀ ਮਹਿਤਾ ਕਲਿਆਣਦਾਸ ਜੀ ਨੂੰ ਕਹਿੰਦੇ ਹਨ, ਮਨ ਨ ਡੁਲਾਏ ਅਬ ਬੈਠ ਕਰ ਜਾਏ ਨਿਜ ਚਿਤ ਕੋ ਬਿਲਾਏ ਸੁਖ ਸੁਤ ਤੇਰਾ ਦੁਖ ਦਾਏ। ਕਹਿੰਦੇ ਪਟਵਾਰੀ ਸਾਹਿਬ ਤੂੰ ਮੇਰਾ ਮਿੱਤਰ ਵੀ ਆ, ਮੇਰੇ ਪੁੱਤਰ ਵਰਗਾ ਵੀ ਆ, ਮੈਨੂੰ ਪਿਆਰ ਵੀ ਕਰਦਾ ਹੈ, ਤੇ ਫਿਰ ਮੇਰੀ ਗੱਲ ਪੱਕੀ ਧਾਰ ਲੈ, ਆਪਣੇ ਆਪ ਨੂੰ ਟਿਕਾਉਣਾ ਸ਼ੁਰੂ ਕਰ ਦੇ। ਗੁਰੂ ਨਾਨਕ ਸਾਹਿਬ ਨੇ ਨਹੀਂ ਘਰ ਰਹਿਣਾ, ਤੇ ਨਾ ਇਹ ਤੋਂ ਆਸ ਰੱਖੀ ਵੀ ਤੇਰੇ ਵਾਂਗੂ ਜਿੱਦਾਂ ਤੂੰ ਪਟਵਾਰੀ ਬਣ ਕੇ ਕਾਰੋਬਾਰ ਕੀਤਾ ਵਾ ਵੀ ਦੁਨੀਆ ਦਾ ਇੱਧਰੋਂ ਉੱਧਰੋਂ ਠਿੱਬੀ ਲਾ ਕੇ। ਇਹ ਸਾਰੇ ਆਪਾਂ ਇੱਦਾਂ ਹੀ ਆ ਜੀ। ਆਪਦੇ ਬੱਚਿਆਂ ਲਈ ਹਰ ਬੰਦਾ ਕਿਤੇ ਨਾ ਕਿਤੇ ਕੁੰਡੀ ਲਾਉਂਦਾ ਹੀ ਆ। ਹਰ ਬੰਦਾ ਕੋਈ ਨਾ ਕੋਈ ਵਿਚਾਰਾ ਓੜ ਪੋੜ ਕਰਦਾ ਹੀ ਆ। ਜੇ ਕੋਈ ਰੇਹੜੀ ਵਾਲਾ ਉਹ ਵੀ ਵਿਚਾਰਾ 20 ਦੀ ਚੀਜ਼ ਲਿਆ ਕੇ 40 ਦੱਸੂ ਤੇ 30 ਮਿਲਣਗੇ। ਸਾਰੇ ਬੱਚਿਆਂ ਖਾਤਰ ਕਰਦੇ ਚੁਕਾਦਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਕਹਿਣ ਲੱਗੇ, ਪਟਵਾਰੀ ਸਾਹਿਬ ਨਾਨਕ ਨੇ ਕਾਬੂ ਨਹੀਂ ਆਉਣਾ, ਤੇ ਤੂੰ ਮੇਰੇ ਆਖੇ ਲੱਗ, ਜੇ ਕੋਈ ਚਾਹੀਦਾ ਤੇ ਮੇਰੇ ਤੋਂ ਲੈ ਲਾ, ਤੇ ਟੇਕ ਕੇ ਬਹਿ ਜਾ। ਮਨ ਨਾ ਡਲਾਏ ਅਬ ਬੈਠ ਕਰ ਜਾਏ ਨਿਜ ਚਿੰਤ ਕੋ ਬੁਲਾਏ ਸੁਤ ਤੇਰੋ ਦੁਖ ਨਾਏ। ਕਹਿੰਦੇ ਤੇਰੇ ਪੁੱਤਰ ਦਾ ਸੁਖ ਤੇਰੇ ਕਰਮਾਂ 'ਚ ਨਹੀਂ ਲਿਖਿਆ। ਇਹ ਭੁੱਲ ਜਾ ਵੀ ਘਰੇ ਰਹਿ ਕੇ ਤੇਰੀ ਸੇਵਾ ਕਰੇਗਾ। ਤਰਿਓ ਹੈ ਖੁਦਾਏ ਤਨ ਇਨ ਕੀ ਰਜਾਏ ਸਕੇ ਕੌਣ ਉਲਟਾਏ ਜੈ ਈਸ਼ਤ ਜਾਏ। ਇਹਦੇ ਪਟਵਾਰੀ ਸਾਹਿਬ ਇਹਨੂੰ ਆਪਣਾ ਪੁੱਤ ਨਾ ਸਮਝੇ, ਇਹ ਖੁਦਾ ਵਾ, ਖੁਦਾ ਧਰਤੀ ਤੇ ਨਾਨਕ ਬਣ ਕੇ ਆਇਆ, ਤੇ ਤੇਰੇ ਭਾਗ ਚੰਗੇ ਵੀ ਤੇਰੇ ਘਰ ਆ ਗਿਆ, ਤੇਰੀਆਂ ਕੁਲਾਂ ਤਰ ਗਈਆਂ, ਤੇ ਇਹ ਦੁਨਿਆਵੀ ਬੱਚਾ ਨਹੀਂ ਆ ਜਿੱਦਾਂ ਤੂੰ ਇਹਨੂੰ ਸਮਝ ਰਿਹਾ। ਇਹ ਤੇ ਆਪਣੀ ਮਰਜ਼ੀ ਦਾ ਮਾਲਕ ਹੈ, ਤੇ ਸਾਰਿਆਂ ਦੇ ਰਹਿੰਦੇ ਕਾਰਜ ਇਹਨੇ ਪੂਰੇ ਕਰਨੇ ਆ। ਸ੍ਰਿਸ਼ਟੀ ਦਾ ਭਲਾ ਕਰਨਾ ਹੈ। ਦਾਨ ਦਾ ਆਨੰਦ ਸੁਖ ਕੰਦ ਜਗ ਬੰਦ ਜੋਗ ਦੰਬਨ ਕੁਮਦ ਅਵਤਾਰ ਵਾਏ ਵਾਏ। ਇਹ ਤੇ ਕਹਿੰਦੇ ਦੁਨੀਆ ਨੂੰ ਰਿਜ਼ਕ ਦੇਣ ਆਇਆ ਤੇ ਆਨੰਦ ਦੇਣ ਆਇਆ, ਤੇ ਪਖੰਡ ਦਾ ਨਾਸ਼ ਕਰਨ ਆਇਆ। ਇਹ ਸੰਤ ਉਬਾਰਨੇ ਕੋ ਪਾਪੀ ਕੋ ਮਾਰਨੇ ਕੋ, ਭਲਾ ਕਰਨ ਵਾਸਤੇ ਤੇ ਵਾਹੇ ਵਾਹੇ ਭਾਵ ਪਰਮੇਸ਼ਰ ਦਾ ਨਾਮ ਜਪਾਉਣ ਵਾਸਤੇ ਇਹ ਰੂਹਾਂ ਆਉਂਦੀਆਂ। ਤੂੰ ਧੰਦੇ ਵਿੱਚ ਲਾਉਣਾ ਚਾਹੁੰਦਾ, ਇਹ ਤਾਂ ਸਾਡੇ ਧੰਦੇ ਛਡਾਉਣ ਆਏ ਹੈ ਕਿ ਭਾਈ ਲਾਹਾ ਲੈ ਲਓ, ਅਜਹੂ ਕਛ ਬਿਗੜਿਓ ਨਹੀਂ, ਅਜੇ ਨਹੀਂ ਵਿਗੜਿਆ ਕੁਝ, ਭੱਜ ਲੈ ਰਾਮ ਮੁਰਾਰ, ਮਹਾਰਾਜ ਦਾ ਨਾਮ ਜਪ। ਕਰ ਸੁਨ ਬਾਤ ਮਨ ਮਾਹਿ ਪਛਤਾਤਵੰਤ
ਜਾਨ ਨਿਜ ਤਤ ਨਹਿ ਭੇਵ ਕੋ ਪਛਾਨਹੀ। ਕਹਿੰਦੇ ਪਟਵਾਰੀ ਮਹਿਤਾ ਕਲਿਆਣ ਦਾਸ ਜੀ ਨਾ ਚੁੱਪ ਹੋ ਗਏ ਤੇ ਆਪਣੇ ਹਿਰਦੇ 'ਚ ਪਛਤਾ ਰਹੇ ਹੈ ਕਿ ਮੈਂ ਤਾਂ ਸਮਝਦਾ ਸੀ ਮੇਰਾ ਪੁੱਤਰ ਹੈ, ਮੈਂ ਇਹਨੂੰ ਜੰਮਿਆ, ਮੈਨੂੰ ਪਾਲਿਆ ਹੈ। ਗਵਨਿਓ ਅਵਸ ਬਹੁ ਲੇਖ ਸੇਤ ਸਵਾਸ ਤਬ ਹੋਤ ਸੁਖ ਜੋ ਤਪ ਦੁਖ ਪਰਮਾਨਹੀ। ਕਵੀ ਜੀ ਕਹਿੰਦੇ ਠੰਡਾ ਜਿਹਾ ਹੋਕਾ ਲੈ ਕੇ ਤੇ ਪਟਵਾਰੀ ਸਾਹਿਬ ਘਰ ਨੂੰ ਟੁਰ ਗਏ ਤੇ ਰਸਤੇ 'ਚ ਕਰੀ ਜਾਂਦੇ ਆ, ਕਹਿੰਦੇ ਦੋਖੀ ਲਿਖੇ, ਦੋਖੀ ਲਿਖੇ। ਜੋ ਅਸਲ ਵਿੱਚ ਨਾ ਆਪਾਂ ਬੇਸਮਝ ਆ ਸਾਰੇ, ਜਿਹੜੀ ਚੀਜ਼ ਨੂੰ ਆਪਾਂ ਸੁੱਖ ਸਮਝਦੇ ਆ ਨਾ, ਗੁਰੂ ਸਾਹਿਬ ਕਹਿੰਦਾ ਤੇਰੇ ਲਈ ਦੁੱਖ ਆ। ਅਸੀਂ ਦੁਨਿਆਵੀ ਜੋ ਹੋਏ, ਹੁਣ ਅਸੀਂ ਜਿੱਦ ਕਰਕੇ ਬੈਠੇ ਮਾਰੇ ਮੈਨੂੰ ਆਹ ਦੇ ਦੇ ਦੇ, ਉਹ ਚਾਹੁੰਦਾ ਵਾ ਵੀ ਤੈਨੂੰ ਮੈਂ ਨਹੀਂ ਦੇਣਾ, ਨਹੀਂ ਦੇਣਾ, ਕਿਉਂਕਿ ਇਹਦੇ 'ਚ ਤੇਰਾ ਭਲਾ ਵਾ। ਇਹ ਸੱਚ ਵੀ ਆ। ਜੇ ਮੇਰੇ ਵਰਗੇ ਨੂੰ ਰੱਬ ਨੇ ਖੁੱਲ੍ਹ ਕੇ ਮਾਇਆ ਦਿੱਤੀ ਹੁੰਦੀ ਤੇ ਮੈਂ ਨਾਲੇ ਅੱਜ ਤੁਹਾਨੂੰ ਕਥਾ ਸੁਣਾ ਦਿੰਦਾ। ਇਹ ਸੱਚਾਈ ਹੈ ਨਾ। ਤੁਸੀਂ ਜਿੰਨੇ ਬੈਠੇ ਜੇ ਤੁਹਾਨੂੰ ਕੋਈ ਨਾ ਕੋਈ ਕਿਸੇ ਪਾਸੇ ਸੱਟ ਨਾ ਵੱਜੀ ਹੁੰਦੀ, ਤੁਸੀਂ ਮੱਥਾ ਟੇਕਣ ਆਉਣਾ ਹੈ? ਨਹੀਂ ਆਉਣਾ। ਇਸ ਕਰਕੇ ਮਹਾਰਾਜ ਕਹਿੰਦੇ ਫੁੱਲ ਦੇ ਪਾਸ ਜੋ ਆਏ ਕੰਡੇ, ਉਹ ਮੇਰੇ ਮਨ ਭਾਏ ਕੰਡੇ। ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ, ਹਮਦਰਦਾ ਫੁੱਲ ਉਸ ਨੂੰ ਮਿਲਿਆ ਜਿਸ ਨੇ ਯਾਰ। ਕਹਿੰਦੇ ਸੋਚਦਾ ਜਾਂਦਾ ਵੀ ਬਹੁਤ ਔਖਾ ਹੈ। ਕਹਿੰਦੇ ਇਹਨੂੰ ਇਹ ਨਹੀਂ ਪਤਾ ਜਿਹਨੂੰ ਇਹ ਦੁੱਖ ਕਹਿ ਰਿਹਾ ਉਹ ਅਸਲ 'ਚ ਸੁੱਖ ਹੈ। ਹੁਣ ਆਪਾਂ ਅੱਜ ਕਥਾ ਕਰਦੇ ਹਾਂ, ਕਈ ਵਾਰ ਆਪਣੇ ਮਨ 'ਚ ਵੀ ਲੱਗ ਜਾਂਦੀ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਬਾਬਾ ਜੀ ਮਾੜਾ ਕਹਿੰਦੇ ਵੀ ਮੇਰੀ ਮਾਸੀ ਇੰਨੀ ਪਿਆਰੀ ਆ, ਮੇਰੀ ਮਾਂ, ਮੇਰੀ ਭਰਜਾਈ, ਤੇ ਬਾਬਾ ਜੀ ਆਖੀ ਜਾਂਦੇ ਸਾਰੇ ਸਵਾਹ ਹੋ ਜਾਣੇ। ਫੀਲ ਤਾਂ ਹੁੰਦਾ ਹੀ ਆ, ਪਰ ਸੱਚਾਈ ਸੱਚਾਈ ਆ। ਮਹਾਰਾਜ ਕਹਿੰਦੇ ਅੱਜ ਮੋਹ ਆ ਤਾਂ ਕਰਕੇ ਗੁੱਸਾ ਕਰਦਾ ਵੀ ਮੇਰਿਆਂ ਨੂੰ ਇੱਦਾਂ ਕਹਿੰਦਾ ਵਾ, ਤੇ ਪਰ ਜਿੱਦਣ ਫਿਰ ਮੇਰੇ ਤੇਰੇ ਹੋਣ ਲੱਗਿਆ ਪਤਾ ਨਹੀਂ ਲੱਗਣਾ। ਇਹ ਤਿਲਕਣਬਾਜ਼ੀ ਹੈ। ਪਤਾ ਨਹੀਂ ਕਿਹੜੇ ਵੇਲੇ ਉਹੀ ਬੰਦਾ ਹੁੰਦਾ ਜਿਹੜਾ ਕਹਿੰਦਾ ਮੈਂ ਤੇਰੇ ਲਈ ਜਾਨ ਵਾਰ ਦੂੰ, ਥੋੜੇ ਸਮੇਂ ਬਾਅਦ ਉਹੀ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰ। ਇਹ ਸੱਚਾਈ ਹੈ, ਦੁਨੀਆ ਦੀ ਫਿਤਰਤ ਹੈ। ਨਿੱਕੇ ਹੁੰਦੇ ਸਾਂ ਬਾਪੂ ਦੇ ਮੰਜੇ ਤੇ ਸੌਣਾ, ਚਾਰ ਭਰਾ ਭੈਣ, ਕਹਿੰਦਾ ਬਾਪੂ ਮੇਰਾ, ਮਾਂ ਮੇਰੀ, ਬਾਪੂ ਮੇਰਾ। ਨਿਕਲ ਓਏ ਓਏ ਉਧਰ ਜਾ ਕੇ ਸੌ ਜਾਓ, ਮੈਨੂੰ ਪੈ ਲੈਂਦੇ, ਚਾਹੋਂ ਮੇਰੇ ਨਾਲ ਕਿਦੋਂ ਸੌ, ਤੇਰੇ ਨਾਲ ਹੀ ਸੌਣਾ। ਬਸ 25 ਸਾਲ ਬਾਅਦ ਬਾਜੀ ਪਲਟ ਗਈ। ਜਿਹੜੇ ਕਹਿੰਦੇ ਸੀ ਬਾਪੂ ਮੇਰਾ ਮੇਰਾ ਮੇਰਾ, ਤੇ ਹੁਣ ਵਿਆਹ ਹੋ ਗਏ ਕਹਿੰਦੇ ਬਾਪੂ ਤੇਰਾ ਤੇਰਾ ਤੇਰਾ। 25 ਸਾਲ 'ਚ ਖੇਡ ਬਦਲ ਗਈ। ਉਹੋ ਹੀ ਮਾਂ ਸੀ। ਕਹਿੰਦੇ ਮਾਂ ਦੀ ਬਦਦੁਆ ਕਦੇ ਟਾਲੀ ਨਹੀਂ ਜਾਂਦੀ, ਤੇ ਮਾਂ ਦੀ ਸੀਸ ਕਦੇ ਬੋਲੋ, ਮਾਂ ਦੀ ਬਦਦੁਆ ਕਦੇ, ਤੇ ਮਾਂ ਦੀ ਸੀਸ ਕਦੇ। ਪੰਜਾਂ ਬੱਚਿਆਂ ਨੂੰ ਮਾਂ ਸੰਭਾਲ ਗਈ, ਉਹ ਪੰਜਾਂ ਤੋਂ ਮਾਂ ਸੰਭਾਲੀ ਨਹੀਂ ਜਾਂਦੀ। ਆਪੋ ਸਭ ਫਿਦਰਤੀ ਹੈ ਦੁਨੀਆ ਦੀ, ਸੋ ਸਾਧ ਸੰਗਤ ਦੀ। ਇਸ ਕਰਕੇ ਮਾਂ ਤੋਂ ਮੈਨੂੰ ਇਹ ਚੀਜ਼ ਯਾਦ ਆਈ ਕਿ ਧੰਨ ਮਾਂ ਭਾਈ ਤਾਰੂ ਸਿੰਘ ਸਾਹਿਬ ਦੀ। ਸਮਾਂ ਉਹ ਚੱਲਿਆ ਹੈ ਤੋ ਕਹਿੰਦੇ ਹਨ ਸੁਰ ਸਿਧ ਤਿਆਗ ਅਨੁਰਾਗ ਮ੍ਰਿਗ ਤਿਖਾ ਨੀਰ, ਸ਼ਰਧਾ ਧਰ ਲੇਤ ਨਾ ਗਿਆਨ ਗਤ ਦਾ ਨਹੀਂ। ਇਹਦੇ ਅਸਲ ਦੇ ਵਿੱਚ ਨਾ ਜਿਹਨੂੰ ਆਪਾਂ ਸੁੱਖ ਮੰਨ ਰਹੇ ਹਾਂ, ਇਹ ਅੰਮ੍ਰਿਤ ਦੇ ਸਮੁੰਦਰ ਨੂੰ ਛੱਡ ਕੇ ਤੇ ਤ੍ਰਿਸ਼ਨਾ ਦੇ ਜਲ ਨੂੰ ਛਕਣਾ। ਭਾਵ ਜਿਵੇਂ ਗੁਰੂ ਸਾਹਿਬ ਕਹਿ ਰਹੇ ਆ ਵੀ ਜਗਤ ਮੈਂ ਝੂਠੀ ਦੇਖੀ, ਆਪਾਂ ਕਹਿੰਦੇ ਨਹੀਂ ਮਹਾਰਾਜ ਸੱਚੀ ਆ। ਮਹਾਰਾਜ ਕਹਿੰਦੇ ਝੂਠੀ ਆ, ਆਪਾਂ ਕਹਿੰਦੇ ਨਹੀਂ ਮੈਂ ਨਹੀਂ ਮਹਾਰਾਜ ਤੇਰੇ ਆਖੇ ਲੱਗਣਾ, ਸੱਚੀ ਆ। ਮਹਾਰਾਜ ਕਹਿੰਦੇ ਫਿਰ ਲਾਲਾ ਜ਼ੋਰ 25-30 ਸਾਲ ਰੱਜ ਕੇ ਲਾਲਾ ਕਿੰਨਾ ਕੁ ਜ਼ੋਰ ਲਾ ਲੇਗਾ, ਤੇ ਅੰਤ ਨੂੰ ਤਾਂ ਫਿਰ ਚੇਤਾ ਆਉਣਾ ਹੀ ਆ ਨਾ ਸ਼ਬਦ ਦਾ। ਸੋ ਮਹਾਰਾਜ ਸਾਹਿਬ ਜੀ ਦੇ ਪਿਤਾ ਜੀ ਵੀ ਇਹ ਸਮਝ ਰਹੇ ਵੀ ਗੁਰੂ ਸਾਹਿਬ ਗਲਤ ਆ, ਵੀ ਮੇਰਾ ਦਿਲ ਦਿਖਾਉਂਦੇ ਆ, ਇਹ ਆਖੇ ਨਹੀਂ ਲੱਗਦੇ, ਪਰ ਅਸਲ ਵਿੱਚ ਉਹ ਖੁਦਾ ਸੀ। ਉਹ ਭਲਾ ਦੱਸਣ ਦਿਆ ਵੀ ਇੰਨਾ ਵੀ ਮੋਹ ਨਾ ਪਾਓ ਕਿ ਮੁੜ ਕੇ ਔਖੇ ਹੋਵੋਗੇ। ਸਾਵ ਸਾਵ ਦਾ ਵਰਤੀ ਚੱਲੋ। ਲਾਡੂ ਜਾਤ ਸਾਧ ਸਮਝਾਈ ਕਥਤ ਗਾਦ ਧਾਰ ਹੋ ਸਰੀਰ ਤੀਰ ਕਿਆ ਤੋ ਪੀਰ ਮਾਨਈ। ਮਾਰੇ ਦੇ ਚਾਚਾ ਜੀ ਬਹੁਤ ਰੰਗੀ ਆਤਮਾ ਸੀ, ਚਾਚਾ ਲਾਲੂ ਜੀ। ਕਹਿੰਦੇ ਉਹ ਸਮਝਾਉਂਦੇ ਜਾਂਦੇ, ਕਹਿੰਦੇ ਭਰਾ ਕੀ ਗੱਲ ਹੈ, ਤੈਨੂੰ ਕੋਈ ਕਮੀ ਆਪਾਂ ਆਵੇ, ਮੈਂ ਤੇਰਾ ਭਰਾ ਬੈਠਾ, ਦੱਸ ਚਾਹੀਦਾ ਕੀ, ਤੂੰ ਝੁਰਦਾ ਕਾਹਤੋਂ ਹੈ? ਤੂੰ ਮਾਣ ਕਰ, ਰੱਬ ਨੇ ਤੇਰੇ ਘਰ ਫਰਿਸ਼ਤਾ ਭੇਜਿਆ,
ਪੈਗੰਬਰ ਭੇਜਿਆ, ਵਲੀ ਭੇਜਿਆ, ਜਿਹਨੂੰ ਸਾਰੀ ਦੁਨੀਆ ਤਰਸਦੀ, ਤੇ ਤੂੰ ਸੜੀ ਜਾਂਦਾ, ਤੂੰ ਕਾਹਤੋਂ ਝੁਰਦਾ ਪਿਆ ਏ? ਕਹਿੰਦੇ ਲਾਲੂ ਜਾਤ ਸਾਥ ਸਮਝਾਏ, ਕਥਤ ਗਾਥ ਤਾਰੋ ਸਰੀਰ ਧੀਰ ਕਉ ਪੀਰ ਮਾਨਹੀ। ਕਹਿੰਦੇ ਉਹ ਤੇ ਪੀਰਾਂ ਦਾ ਪੀਰ ਆ, ਸਾਰਿਆਂ ਨੂੰ ਹਸਾਉਣ ਆਇਆ, ਦੁੱਖ ਦੂਰ ਕਰਨ ਆਇਆ, ਤੇ ਤੇਰਾ ਪੁੱਤ ਹੋ ਕੇ ਤੇ ਤੂੰ ਆਪ ਦੁਖੀ ਆ। ਭਲਿਆ ਲਾਹਾ ਲੈ, ਵੇਖ ਉਧਰ 36,000 ਕਿੱਲੇ ਦਾ ਮਾਲਕ ਉਹਦੇ ਚਰਨ ਧੋ ਕੇ ਪੀਣ ਦਿਆ, ਤੇ ਤੂੰ ਉਹਦੇ ਵੱਲ ਵੇਖ ਕੇ ਸਮਝ ਲੈ ਜੇ ਆਪਣੇ ਆਪ ਗਿਆਨ ਨਹੀਂ। ਬੜੀ ਸੁੰਦਰ ਕਥਾ ਹੈ। ਆਓ ਚੱਲੀਏ ਹੁਣ ਆਪਾਂ ਮਾਝੇ ਦੀ ਧਰਤੀ ਤੇ। ਚੱਲਦੇ ਚੱਲਦੇ ਇੱਥੋਂ ਗੋਇੰਦਵਾਲ ਪਹੁੰਚ ਗਏ। ਗੋਇੰਦਵਾਲ ਤੋਂ ਤਰਨਤਾਰਨ ਦੇ ਏਰੀਏ 'ਚ ਨਗਰ ਪੈਂਦਾ ਪੂਲਾ। ਪੂਲੇ ਪਿੰਡ ਦੇ ਵਿੱਚ 1720 ਦੇ ਕਰੀਬ ਧੰਨ ਬਾਬਾ ਤਾਰੂ ਸਿੰਘ ਸਾਹਿਬ ਜੀ ਦਾ ਮਾਤਾ ਧਰਮ ਕੌਰ ਦੀ ਕੁੱਖ ਤੋਂ ਜਨਮ ਹੋਇਆ। ਔਰ ਇਹ ਜਨਮ ਉਦੋਂ ਹੋਇਆ ਅਜੇ 12 ਕੁ ਸਾਲ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੋਤੀ ਜੋਤ ਸਮਾਈ, ਕਿਉਂਕਿ 1708 'ਚ ਮਹਾਰਾਜ ਹਜ਼ੂਰ ਸਾਹਿਬ, ਥੋੜਾ ਹੀ ਸਮਾਂ ਸੀ, ਜਾਣੀ 9 ਸਾਲ ਤਾਂ ਮੈਨੂੰ ਆਏ ਨੂੰ ਹੋ ਗਏ ਬੋਲੀ ਸਾਹਿਬ, ਤੇ ਆਪਣੇ ਅੱਖਾਂ ਸਾਹਮਣੇ ਜਿਹੜਾ ਵੇਖਿਆ ਜਾਵੇ ਵੀ ਬਾਬਾ ਤਾਰੂ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਤੋਂ 10 ਕੁ ਸਾਲ ਬਾਅਦ ਵਿੱਚ ਆ ਗਏ, ਤੇ ਸਾਹਿਬਜ਼ਾਦਿਆਂ ਤੋਂ 12 ਕੁ ਸਾਲ ਦੀ ਹੈ, 10-12, ਕਿਉਂਕਿ ਇੱਥੇ ਕੀ ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਜਾਣੀ ਉਹ ਕਥਾ ਪੂਰੀ ਜੋਰਾਂ ਤੇ ਆ ਉਸ ਵੇਲੇ, ਜਦੋਂ ਭਾਈ ਤਾਰੂ ਸਿੰਘ ਸਾਹਿਬ ਦਾ ਆਗਾਜ਼ ਹੁੰਦਾ 1720 ਦੇ ਵਿੱਚ, ਤੇ 1710 ਤੇ ਬਾਬਾ ਬੰਦਾ ਬਹਾਦਰ ਦਾ ਸਮਾਂ ਆ ਜਾਂਦਾ। ਤਕਰੀਬਨ ਸਿੱਖ ਰਾਜ ਦਾ ਬਾਦਸ਼ਾਹ ਬੜਾ ਝੰਡੇ ਝੁਲਾ ਦਿੱਤੇ ਹੈ। ਉਹ ਸਾਰਾ ਸਮਾਂ ਭਾਈ ਤਾਰੂ ਸਿੰਘ ਦੀ ਮਾਂ ਨੇ ਭਾਈ ਤਾਰੂ ਸਿੰਘ ਦੇ ਅੰਦਰ ਭਰਤਾ। ਉਦੋਂ ਮੋਬਾਈਲ ਨਹੀਂ ਸੀ, ਕਾਨਵੈਂਟ ਸਕੂਲ ਨਹੀਂ ਸੀ, ਆਖੋ ਸਤਿਨਾਮ। ਇਹਨਾਂ ਦੋ ਚੀਜ਼ਾਂ ਨੇ ਲੱਕ ਤੋੜਤਾ ਅੱਜ ਦੁਨੀਆ ਦਾ। ਗੁੱਸਾ ਨਾ ਕਰਿਓ ਕੋਈ। ਸਵੇਰੇ 6 ਵਜੇ ਬੱਚੇ ਬੱਸੇ ਬਾਹ ਦਿੰਦੇ, 3 ਵਜੇ ਆਉਂਦੇ, ਫਿਰ ਟਿਊਸ਼ਨ ਘਲਾ ਦਿੰਦੇ ਆ, ਫਿਰ ਸੌਂ ਜਾਂਦੇ ਆ। ਸਾਰਾ ਬਚਪਨਾ ਪੜ੍ਹਾਈ ਨੱਪ ਗਈ। ਨਿੱਕੇ ਨਿੱਕੇ ਜਿਹੇ ਹਵਾਸਦੇ ਜਵਾਕ, ਮੇਰਾ ਨਹੀਂ ਵਸ ਚੱਲਣਾ ਪੁੱਤ, ਤੁਹਾਨੂੰ ਜਾਣਾ ਹੀ ਪੈਣਾ। ਮੈਂ ਤਾਂ ਇੱਥੇ ਸੁਣਾ ਸਕਦਾ। ਆ ਨਿੱਕੇ ਨਿੱਕੇ ਬੱਚੇ ਆ, ਗਲੀਆਂ ਭਰੀਆਂ ਸੀ, ਗਰਾਊਂਡਾਂ ਸਾਡੇ ਵਾਰੀ ਸਭ ਖਾਲੀ ਹੋ ਗਏ। ਐਡਾ ਕੁ ਬੱਚਾ ਤੇ ਐਡੀ ਮੋਟੀ ਐਨਕ ਲੱਗੀ ਹੈ, ਨਿੱਕੇ ਨਿੱਕੇ ਦੇ ਬੈਕ ਐਡਾ ਵੱਡਾ, ਤੇ ਵੇਖ ਕੇ ਰੋਣ ਆਉਂਦਾ ਵੀ ਇਹਨਾਂ ਕੀ ਖੂਬ ਹੋਣੇ। ਜਿੰਨੇ ਚਿਰ ਉਹਨਾਂ ਦੀ ਸਟੱਡੀ ਹੋਣੀ ਹੈ, ਆ 24-25 ਸਾਲ ਤੇ ਇਹਨੇ ਖਿੱਚ ਕੇ ਲੈ ਜਾਣੇ ਪੜ੍ਹਾਈ ਦੇ, ਤੇ 12-13 ਸਾਲ ਬਾਹਰ ਜਾ ਕੇ PR ਲੈਣੀ, ਕਰਜ਼ਾ ਲਾਉਣਾ, ਤੇ 24 ਤੇ 24 ਕਿੰਨੇ ਹੋ ਗਏ? 45 48, ਤੇ ਫਿਰ ਵਿਆਹ ਵੀ ਕਰਾਉਣਾ। ਪਤਾ ਨਹੀਂ ਮੈਡਮ ਅੱਗੋਂ ਕਿੱਦਾਂ ਦੀ ਮਿਲਣੀ ਜਾਂ ਹਸਬੈਂਡ ਕਿੱਦਾਂ ਦਾ ਮਿਲਣਾ। ਤੇ ਜਿੰਨੇ ਕੁ ਚਿਰ ਨੂੰ 55 ਕਿਤੇ ਉਨੇ ਚਿਰ ਨੂੰ ਆਖੋ ਸਤਿਨਾਮ। ਆਉਣ ਵਾਲਾ ਭਵਿੱਖ ਕਿਹਾ, ਮੈਂ ਮਾਫ ਕਰ ਦਿਓ, ਮੈਂ ਜੋਸ਼ੀ ਨਹੀਂ ਆ, ਪਰ ਲੱਗ ਰਿਹਾ ਵੀ ਆਉਣ ਵਾਲਾ ਭਵਿੱਖ ਖਤਰੇ 'ਚ ਹੀ ਆਪਣਾ। ਖੁਸ਼ ਹੋਇਆ ਕਰੋ, ਇਬਾਦਤ ਕਰਿਆ ਕਰੋ। ਭਾਈ ਤਾਰੂ ਸਿੰਘ ਸਾਹਿਬ ਛੋਟੇ ਜਿਹੇ ਸਨ ਤੇ ਪਿਤਾ ਚੜ੍ਹਾਈ ਕਰ ਗਏ। ਬਾਬਾ ਜੋਧ ਸਿੰਘ ਜੀ ਸ਼ਹੀਦ ਹੋ ਗਏ ਸੋ ਖੈਰ ਕਿਸੇ ਸਮੇਂ। ਤੇ ਮਾਂ ਨੇ ਇੰਨੀ ਕੁ ਤਲੀਮ ਦੇਤੀ ਨਾ, 5 ਬਾਣੀਆਂ ਜਵਾਨੀ ਯਾਦ ਹੈ। ਰਹਿਰਾਸ ਸਾਹਿਬ, ਸੋਹਿਲਾ ਸਾਹਿਬ, ਨੇਮੀ ਬਣਾਤਾ ਪੁੱਤ ਨੂੰ, ਨੇਮੀ। ਤੇ ਨੇਮੀ ਦੇ ਨਾਲ ਆਖਿਆ ਪੁੱਤ ਆਪਣਾ ਗੁਰੂ ਕੌਣ ਹੈ? ਕਹਿੰਦੇ ਗੁਰੂ ਨਾਨਕ। ਕਹਿੰਦੇ ਬੇਟਾ ਗੁਰੂ ਤਾਂ ਕਹੀਦਾ ਕੁਝ ਸਿੱਖਿਆ ਹੋਵੇ ਉਤੋਂ। ਕਹਿੰਦੇ ਮਾਂ ਕੀ? ਕਹਿੰਦੇ ਤੇਰਾ ਗੁਰੂ ਕਹਿ ਕੇ ਗਿਆ ਕਿਰਤ ਕਰੀ ਨਾਮ ਜਪੀ ਤੇ। ਉਦੋਂ ਮਾਹੌਲ ਸੀ ਉਸ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ। ਭਾਈ ਤਾਰੂ ਸਿੰਘ ਚੜ੍ਹਦੀ ਜਵਾਨੀ, ਮੁੱਛ ਫੁੱਟਦੀ, ਵੱਧਦੇ ਗਏ। ਇੱਧਰੋਂ 1739 ਦੇ ਵਿੱਚ ਮੱਸਾ ਰੰਗੜ ਬਹਿੰਦਾ ਹਰਿਮੰਦਰ ਸਾਹਿਬ 'ਚ। ਸੁੱਖਾ ਸਿੰਘ ਮਹਿਤਾਬ ਸਿੰਘ ਉਹਦਾ ਸਿਰ ਵੱਢਦੇ ਆ। ਉਹਨੇ ਕੀਰਤਨ ਦੀ ਥਾਂ ਤੇ ਗਾਉਣ ਵਾਲੀ ਲਾਤੀ। ਗੁਰੂ ਸਾਹਿਬ ਦੀ ਤਾਬਿਆ, ਜਿੱਥੇ ਪ੍ਰਕਾਸ਼ ਸੀ ਉੱਥੇ ਮੰਜਾ ਡਾਲਿਆ, ਜਿੱਥੇ ਚੌਰ ਸੀ ਉੱਥੇ ਹੁੱਕਾ ਰੱਖ ਲਿਆ। ਰੋਣ ਆਉਂਦਾ ਵਾ, ਮੱਸੇ ਰੰਗੜ ਵਾਲੇ ਕੰਮ ਅੱਜ ਸਿੱਖਾਂ ਨੇ ਫੜ ਲਿਆ। ਇਹ ਘਰ ਦੇ ਵਿੱਚ ਵਿਆਹ ਹੁੰਦਾ ਤੇ ਕੀਰਤਨ ਨਹੀਂ ਕਰਾਉਂਦੇ। ਬੀਬੀ ਕਹਿੰਦੀ ਪੁੱਤ ਮੈਂ ਸੁੱਖਣਾ ਸੁੱਖੀ ਸੀ ਵੀ ਤੈਨੂੰ ਵਧੀਆ ਰਿਸ਼ਤਾ ਮਿਲੇ। ਕਹਿੰਦਾ ਬੀਬੀ ਬਾਅਦ 'ਚ ਲਾਉਂਦੇ ਫਿਰਾਂਗੇ, ਵੀ ਜੱਬ ਨੂੰ ਨਾ ਫੜਾ ਦੀ। ਬਾਬਾ ਲਿਆ ਕੇ ਅਸੀਂ ਭੰਗੜਾ ਪਾਉਣਾ, ਖਾਣਾ ਪੀਣਾ। ਸੱਚਾਈ ਜੇ ਉਸ ਵੇਲੇ ਮੱਸੇ ਦਾ ਸਿਰ ਵੱਢਿਆ ਗਿਆ। ਜਹਾਂ ਜ਼ਕਰੀਆ ਖਾਨ ਦਾ ਉਹ ਸਮਾਂ ਹੈ 1726 ਤੋਂ ਲੈ ਕੇ 1745 ਤੱਕ ਜ਼ਕਰੀਆ ਖਾਨ ਦਾ ਸਮਾਂ ਹੈ।
ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਦੇ ਉਹਨੇ। 10,000 ਦੇ ਕਰੀਬ ਸਿੱਖ ਕਤਲ ਕੀਤਾ ਗਿਆ। ਕਹਿੰਦਾ ਜਿੱਥੇ ਵੀ ਸਿੱਖ ਮਿਲਦਾ, ਬੀਬੀ ਜਾਂ ਬੰਦਾ, ਉਹਦਾ ਸਿਰ ਵੱਢ ਕੇ ਲੈ ਆਓ। ਟਕਿਆਂ ਦੇ ਨਾਲ ਸਾਡੇ ਸਿਰ ਵਿਕੇ। ਇਤਿਹਾਸ ਹੁਣ ਆਉਣ ਵਾਲੇ ਸਮੇਂ ਲਈ ਖਤਮ ਹੋ ਜਾ ਰਿਹਾ। ਉਹ ਸਿਰ ਸਾਡੇ ਵਿਕੇ ਤੇ ਪੱਤਾ ਪੱਤਾ ਵੈਰੀ ਹੋ ਗਿਆ। ਸਿੰਘ ਜੰਗਲਾਂ 'ਚ ਜਾ ਵੜੇ, ਕਿਉਂਕਿ ਮੱਸਾ ਦਿਨੇ ਦਿਹਾੜੇ ਵੱਢਿਆ ਤੇ ਹਾਹਾਕਾਰ ਮੱਚੀ। ਤਿਲ ਮਿਲਾ ਉੱਠਿਆ ਜ਼ਕਰੀਆ ਖਾਨ। ਇਹਦਾ ਪਿਤਾ ਅਬਦੁਲ ਸਮੁੰਦ ਖਾਨ ਸੀ ਤੇ ਅਬਦੁਲ ਸਮੁੰਦ ਖਾਨ ਦੇ ਮਰਨ ਜਾਣ ਤੇ ਨੇ ਕਿਹਾ, ਕਿੱਦਾਂ ਦੀ ਕੌਮ ਹੈ ਸਿੱਖ ਕੌਮ, ਸਾਡੀ ਖਾਨਦਾਨੀ ਖਤਮ ਹੋ ਗਈ, ਇਹ ਅਜੇ ਖਤਮ ਨਹੀਂ ਹੁੰਦਾ ਹੈ। ਇਹ ਦਾੜੀਆਂ ਪੱਗਾਂ ਵਾਲੇ ਮੈਂ ਖਤਮ ਕਰ ਦੇਣੇ, ਸਫਾਇਆ ਕਰ ਦੇਣਾ ਏ। ਉਹਨਾਂ ਨੇ ਆਖਿਆ ਇਹ ਦਾੜੀਆਂ ਪੱਗਾਂ ਉਹਨਾਂ ਚਿਰ ਨਹੀਂ ਖਤਮ ਹੋਣੀਆਂ ਜਿੰਨਾ ਚਿਰ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਿੰਨਾ ਚਿਰ ਇਹਨਾਂ ਕੋਲ ਕਥਾ ਦੇ ਕੀਰਤਨ ਵਾਲੇ ਬੈਠੇ ਆ ਨਾ, ਉਹਨਾਂ ਚਿਰ ਇਹਨਾਂ ਤੋਂ ਪੱਗ ਨਹੀਂ ਗਵਾਚਣੀ। ਉਹ ਕਲਾਕਾਰ ਨੇ ਵੀ ਇਹ ਗੱਲ ਕਹੀ ਸੀ। ਕਹਿੰਦਾ ਮੇਰੀ ਦਾਦੀ ਨੇ ਆਖਿਆ ਸੀ ਵੀ ਮੇਰੀ ਪੱਗ ਨਾ ਲਾਈ ਪੁੱਤ, ਮਰਨੀ ਮਰਜੀ, ਚਲੋ ਭਾਵੇਂ ਗੀਤ ਜਿੱਦਾਂ ਦੇ ਮਰਜੀ ਗਾਉਂਦਾ, ਪਰ ਪੱਗ ਦੇ ਬਾਰੇ ਦੱਸ ਗਿਆ। ਤੇ ਉਹਨੂੰ ਦੁਨੀਆ ਪਿਆਰ ਕਰਦੀ ਸੀ। ਉਹਦੇ ਪਿਆਰ ਵਾਲਿਆਂ ਨੇ ਪੱਗਾਂ ਬੱਧੀਆਂ ਵੀ, ਚਲੋ ਕਿਸੇ ਤਰੀਕੇ ਨਾਲ ਪ੍ਰਚਾਰ ਤੇ ਕੀਤਾ ਨਾ। ਤੇ ਅਗਲਿਆਂ ਨੇ ਵੇਖਿਆ ਵੀ ਇਹ ਹਿਸਾਬੇ ਤੇ ਕੰਮ ਔਖਾ ਹੀ ਆ। ਉਹਨਾਂ ਨੇ ਆਖਿਆ ਵੀ ਜਿੰਨਾ ਚਿਰ ਇਹਨਾਂ ਕੋਲ ਪੰਥ ਤੇ ਗ੍ਰੰਥ ਹੈ, ਉਹਨਾਂ ਚਿਰ ਇਹ ਕੌਮ ਨਹੀਂ ਮਰਨੀ। ਤਾਂ ਮੱਸੇ ਨੂੰ ਸਾਡੇ ਮੱਕੇ 'ਚ ਬਿਠਾਇਆ ਸੀ ਉਹਨਾਂ ਵੀ ਇਹਨਾਂ ਦਾ ਗ੍ਰੰਥ ਤੇ ਇਹਨਾਂ ਦਾ ਕੀਰਤਨ ਕਥਾ ਖਤਮ ਕਰਕੇ ਇਹਨਾਂ ਨੂੰ ਪਤਤ ਪੁਣੇ 'ਚ ਲਿਆਓ। ਅਗਲਿਆਂ ਨੇ ਉਹਦਾ ਸਿਰ ਹੀ ਵੱਢ ਕੇ ਏਡੀ ਦੂਰ ਖੜਿਆ ਵੀ ਆਉਣ ਵਾਲੇ ਸਮੇਂ ਧਰਤੀ ਹੈ ਲੱਗੀ। ਇਹਨੇ ਐਲਾਨ ਕਰਤਾ, ਕਹਿੰਦਾ ਜਿੱਥੇ ਸਿੱਖ ਮਿਲਦਾ ਉਹਦਾ ਸਿਰ ਲੈ ਲਓ। ਉਸੇ ਸਮੇਂ ਦੇ ਵਿੱਚ ਹੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਟੈਕਸ ਲਿਆ। ਜਦੋਂ ਉਹ ਕਹਿੰਦੇ ਸਿੰਘ ਖਤਮ ਹੋ ਗਏ, ਉਹ ਕਹਿੰਦੇ ਖਤਮ ਕਿੱਧਰ ਹੋ ਗਏ, ਪੈਸੇ ਕੱਢੋ ਟੈਕਸ, ਖਾਲਸੇ ਦਾ ਰਾਜ ਆ ਗਿਆ। ਇਹ ਉਸ ਮਾਹੌਲ ਦੇ ਵਿੱਚ ਹੀ ਹੈ। 1700 ਤਕਰੀਬਨ 39 ਦੇ ਕਰੀਬ 40 ਦੇ ਵਿੱਚ ਮੱਸਾ ਜਿਹੜਾ ਹੈ ਉਹਨੂੰ ਖਤਮ ਕੀਤਾ ਜਾਂਦਾ ਤੇ 45 ਦੇ ਵਿੱਚ ਅੱਜ ਦੇ ਦਿਨ ਬਾਬਾ ਤਾਰੂ ਸਿੰਘ ਸਾਹਿਬ ਦੀ ਖੋਪਰੀ ਲੈਣ ਲੱਗੀ ਹੈ। ਆਪ ਸੰਗਤਾਂ ਰੱਜ ਕੇ ਦਰਸ਼ਨ ਕਰਿਓ। ਇਸ ਨੌਜਵਾਨ ਦੇ ਅੰਦਰ ਦਰਦ ਸੀ, ਸਾਰਿਆਂ ਨਾਲ ਪਿਆਰ ਕਰਦਾ ਸੀ, ਬਣੀ ਬਹੁਤ ਸੀ ਇਲਾਕੇ 'ਚ, ਹਿੰਦੂ ਮੁਸਲਮਾਨ ਜੈਨੀ ਬੋਧੀ ਈਸਾਈ ਸਭ ਨਾਲ ਇਹਦਾ ਤੇਹ ਸੀ। ਇੱਕ ਉਮਰ ਬੜੀ ਸੁਨੱਖੀ ਸੀ, ਨੇਮੀ ਸੀ, ਕਿਰਤ ਕਰਦਾ ਸੀ ਨਾਮ ਤੇ ਪ੍ਰਸ਼ਾਦਾ ਪਕਾ ਕੇ ਤੇ ਰਾਤ ਨੂੰ ਜੰਗਲ 'ਚ ਆਪਣੇ ਜਿਹੜੇ ਭੈਣ ਭਰਾ ਸੰਘਰਸ਼ ਲੜ ਰਹੇ ਸੀ, ਕਿਸਾਨ, ਜਿੱਦਾਂ ਆਪਣੇ ਕਿਸਾਨ ਕਮੇਟੀਆਂ ਸੰਘਰਸ਼ ਲੜਿਆ, ਇੱਦਾਂ ਜਿਹੜੇ ਸੰਘਰਸ਼ੀ ਸਿੱਖ ਸੀ ਆਪਣੀ ਹੋਂਦ ਬਚਾਉਣ ਦੇ ਲਈ ਜੰਗਲਾਂ 'ਚ ਬੈਠੇ ਸੀ। ਇਹਨੇ ਰਾਤ ਨੂੰ ਜਾਣਾ। ਨਾਲ ਇਹਦੀ ਭੈਣ ਸੀ, ਉਹਦਾ ਨਾਂ ਸੀ ਤਾਰੂ। ਇਹ ਤਾਰੂ ਸੀ, ਕਿੱਡੇ ਕਿੱਡੇ ਕਮਾਈ ਵਾਲੇ ਸਿੱਖ ਸੀ। ਤੇ ਉਹਨੇ ਭੈਣ ਨੇ ਤੇ ਮਾਂ ਨੇ ਸਾਰਾ ਦਿਨ ਰੋਟੀਆਂ ਲਾਉਣੀਆਂ ਤੇ ਭਾਈ ਸਾਹਿਬ ਨੇ ਖੇਤੀ ਕਰਨੀ ਤੇ ਰਾਤ ਨੂੰ 5 ਰੋਟੀਆਂ ਦੀ ਸਿਰ ਤੇ ਚੁੱਕ ਕੇ ਤੇ ਨਾਲ ਬਾਲਟੀਆਂ ਦਾਲ। ਤੇ ਫਿਰ ਇੱਕ ਦਿਨ ਰਾਤ ਪਈ, ਦੀਵਾ ਜਗਿਆ, 11 ਵਜੇ ਦਾ ਟਾਈਮ, ਬੂਹਾ ਖੜਕਿਆ। ਭਾਈ ਸਾਹਿਬ ਜੀ ਚੌਂਕੜਾ ਮਾਰ ਕੇ ਇਬਾਦਤ ਕਰ ਰਹੇ ਸੀ। ਦਰਵਾਜ਼ਾ ਖੁੱਲਿਆ ਤੇ ਇੱਕ ਬੁੱਢਾ ਬੰਦਾ ਅੰਦਰ ਆਇਆ, ਉੱਚੀ ਉੱਚੀ ਰੋ ਪਿਆ ਤੇ ਬਾਬਾ ਜੀ ਕਹਿੰਦੇ ਪਹਿਲਾਂ ਪ੍ਰਸ਼ਾਦਾ ਛਕ। ਮੇਰੇ ਗੁਰੂ ਨੇ ਆਖਿਆ ਸੀ ਕਿਰਤ ਕਰੀ, ਨਾਮ ਜਪੀ। ਉਹਨੂੰ ਪ੍ਰਸ਼ਾਦਾ ਛਕਾ ਕੇ ਆਖਿਆ, ਬਾਪੂ ਰੋਂਦਾ ਕਿਉਂ ਹੈ? ਕਹਿੰਦੇ ਰੋਵਾਂ ਨਾ ਤੇ ਕੀ ਕਰਾਂ, ਮੇਰੀ ਪੱਗ ਰੁਲ ਗਈ ਹੈ, ਦਾੜਾ ਵੀ ਰੁਲ ਗਿਆ। ਤੇ ਮੈਂ ਸੁਣਿਆ ਵੀ ਜਦੋਂ ਸਰਕਾਰਾਂ ਜਵਾਬ ਦੇ ਜਾਣ ਨਾ ਤੇ ਗੁਰੂ ਗੋਬਿੰਦ ਸਿੰਘ ਦਾ ਬੂਹਾ ਖੜਕਾ ਦੇ। ਸਾਡਾ ਇਤਿਹਾਸ ਬੜਾ ਵੱਡਾ ਸੀ, ਹੁਣ ਗਾਂ ਤੇ ਔਖਾ ਹੀ ਹੈ। ਤੇ ਫਿਰ ਉਹ ਕਹਿੰਦੇ ਮੈਂ ਤੇਰਾ ਬੂਹਾ ਖੜਕਾਇਆ ਹੈ, ਮੈਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਦਾ ਕੋਈ ਪਿਆਰ ਵਾਲਾ ਇੱਥੇ ਬੈਠਾ ਵਾ, ਅੰਮ੍ਰਿਤਧਾਰੀ ਸੀ ਭਾਈ ਤਾਰੂ ਸਿੰਘ ਜੀ। ਤੋ ਉਹਨੇ ਕਿਹਾ ਬਾਪੂ ਦੱਸ। ਕਹਿੰਦੇ ਕਰੀਮ ਬਖਸ਼ ਮਾਸ਼ੀ ਉਹਦਾ ਨਾਂ ਹੈ। ਕਹਿੰਦੇ ਮੇਰੀ ਜਵਾਨ ਬੱਚੀ ਨਵਾਬ ਚੁੱਕ ਕੇ ਲੈ ਗਿਆ ਤੇ ਨਵਾਬ ਦੀ ਉਮਰ ਹੈਗੀ ਆ 70 ਸਾਲ ਤੇ ਮੇਰੀ ਕੁੜੀ ਦੀ ਉਮਰ ਹੈਗੀ ਆ 16-15 ਸਾਲ। ਤੇ ਮੇਰੀ ਧੀ ਰੋ ਰੋ ਕੇ ਕਮਲੀ ਹੋ ਚੱਲੀ ਵੀ ਸਾਡਾ ਕੋਈ ਮੇਲ ਨਹੀਂ, ਉਹ ਧੱਕਾ ਕਰਦਾ ਏ। ਤੇ ਕਹਿੰਦੇ ਤੁਸੀਂ ਸਰਕਾਰੀ ਦਰਬਾਰੇ ਜਾਣਾ ਸੀ। ਕਹਿੰਦੇ ਦਿੱਲੀ ਗਏ, ਲਾਹੌਰ ਗਏ, ਕਿਸੇ ਨਹੀਂ ਸੁਣੀ। ਸਗਲ ਦਵਾਰ ਕੋ ਗਏ ਹੋ। ਭਾਈ ਤਾਰੂ ਸਿੰਘ ਸਾਹਿਬ ਕਹਿੰਦੇ ਫਿਰ ਬਾਪੂ ਤੂੰ ਹੁਣ ਖਾਲਸੇ ਦੇ ਘਰ ਆ ਗਿਆ, ਹੁਣ ਤੂੰ ਬਹਿ ਜਾ ਆਰਾਮ ਨਾਲ। ਕਹਿੰਦੇ ਹੁਣ ਕੀ ਕਰਾਂਗੇ, ਰਾਤ ਤੇ ਕੱਲ੍ਹ ਦੀ ਆ, ਪਰਸੋਂ ਤੇ ਨਿਕਾਹ ਹੋ ਜਾਣਾ। ਤੇ ਭਾਈ ਤਾਰੂ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਮੈਂ ਰੋਜ਼ ਪੜ੍ਹਦਾ ਏ, ਮੈਂ ਜਾਪ ਸਾਹਿਬ ਪੜ੍ਹਦਾ ਏ, ਸਵਈਏ ਪੜ੍ਹਦਾ ਏ। ਕਹਿੰਦੇ ਮੈਂ ਬੇਟਾ ਸਮਝਿਆ ਨਹੀਂ। ਕਹਿੰਦੇ ਮੇਰੇ ਗੁਰੂ ਨੇ ਆਖਿਆ ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ
ਮੇਰਾ ਗੁਰੂ ਅੱਖ ਖੋਲਣ ਤੇ ਮੀਟਣ ਜਿੰਨੇ ਸਮੇਂ 'ਚ ਤਖਤਾ ਬਦਲ ਦਿੰਦਾ। मैंने कहा तू एक रात की गल करदा, मैं बस प्रशादे लैके चलिया, तू बह। जदों फिर भाई साहब जी गए, नाल भैणे गई, वो जेड़े खालसे वीर सी उन्हां फुलका छकिया। कहंदे तारू सिंह तेरे चेहरे ते रौनक नहीं, की गल है? उन्हें फिर सारी गल दसी वो बापू दी। ते खालसे ने पाए रकाबां च पैर, घोड़े हिणके ते 12 वज गए। फिर सिंघां दे आखो सतनाम। रात के 12 बजे उस पठान के घर से जाके हमला करके उसका सिर वढ़ के ਉਹਦੀ ਬੱਚੀ ਨੂੰ ਲਿਆ ਕੇ ਉਹਦੀ ਝੋਲੀ 'ਚ ਸ਼ਗਨ ਪਾ ਕੇ ਇੱਕ ਘੋੜਾ ਦਿੱਤਾ। ਕਹਿੰਦੇ ਬਾਪੂ ਨਿਕਲ ਜਾ। ਇੱਥੇ ਲਾਗੇ ਇਹਨਾਂ ਨੇ ਕਸੂਰ ਚਲੇ ਗਿਆ। ਉਹ ਥੋੜੇ ਸਮੇਂ ਬਾਅਦ ਫਿਰ ਰੋਇਆ ਰੁੱਖ ਕੁਹਾੜੇ 'ਚ ਤੱਕ ਜੜ੍ਹਾਂ ਤੇ ਲਾਇਆ। ਉਦੋਂ 3-4 ਬੰਦੇ ਗਦਾਰ ਸੀ ਸਾਡੇ, ਇੱਕ ਰਾਮਾ ਸ਼ੀਨਾ ਔਰ ਇੱਕ ਹਰਭਗਤ ਨਰੰਜਨੀ ਜੰਡਿਆਲੇ ਵਾਲਾ। ਟੌਟ ਬੰਦੇ ਹੁੰਦੇ ਅੱਜ ਵੀ ਸਾਰੇ ਥਾਵਾਂ 'ਤੇ। ਉਹ ਸਰਕਾਰ ਦੇ ਟੌਟ ਸੀ, ਨਾਮ ਲੈਂਦੇ ਸੀ। ਉਹਨਾਂ ਨੇ ਫਿਰ ਭਾਈ ਤਾਰੂ ਸਿੰਘ ਸਾਹਿਬ ਜੀ ਦੀ ਰਿਪੋਰਟ ਦਿੱਤੀ। ਕਹਿੰਦੇ ਵੀ ਇਹ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ ਜੇ ਤੇ ਇਹਦਾ ਪ੍ਰੇਮ ਜੇ। ਤੇ ਫਿਰ ਆ ਗਈ ਪੁਲਿਸ ਲਾਹੌਰ ਤੋਂ, ਭਾਈ ਸਾਹਿਬ ਨੂੰ ਲੱਗ ਗਈ ਹੱਥ ਘੜੀ। ਸਾਰੀਆਂ ਅੱਖਾਂ ਰੋਈਆਂ ਸੀ ਉਦੋਂ, 4 ਅੱਖਾਂ ਨਹੀਂ ਰੋਈਆਂ। ਭਾਈ ਤਾਰੂ ਸਿੰਘ ਸਾਹਿਬ ਦੀ ਭੈਣ, ਉਹਦੀ ਮਾਂ ਕਿਤੇ ਤਰੇਲੀ ਨੇ ਲਿਆਂਦੀ ਤੇ ਕਹਿਣ ਲੱਗੀ, ਪੁੱਤ ਤੈਨੂੰ ਪਤਾ ਮੈਂ ਅੱਖਾਂ ਦੇ ਦਰਵਾਜ਼ੇ 'ਚ ਹੰਝੂ ਕਿਉਂ ਕੈਦ ਕੀਤੇ ਐ? ਇਹ ਡਿੱਗਣਗੇ ਜ਼ਰੂਰ, ਪਰ 2 ਕਾਰਨਾਂ ਕਰਕੇ ਡਿੱਗਣਗੇ। ਜੇ ਤੇ ਸਿਦਕ ਪੁਗਾ ਗਿਆ ਤੇ ਮੈਂ ਆਖੂੰਗੀ ਬਾਜਾਂ ਵਾਲਿਆ ਮੇਰੀ ਮਿਹਨਤ ਦਾ ਮੁੱਲ ਪੈ ਗਿਆ, ਮੇਰੇ ਦੁੱਧ ਦਾ ਮੁੱਲ ਪੈ ਗਿਆ, ਮੇਰੀ ਕੁੱਖ ਦਾ ਮੁੱਲ ਪੈ ਗਿਆ। ਅੱਜ ਮੈਂ ਸ਼ਹੀਦਾਂ ਦੇ ਵਿੱਚ ਨਾਂ ਲਿਖਾਤਾ। ਤੇ ਕਹਿੰਦੀ ਜੇ ਤੂੰ ਡੋਲ ਗਿਆ ਰੋਵਾਂਗੀ ਫਿਰ ਵੀ ਮੈਂ। ਇਹਨਾਂ ਦਰਵਾਜ਼ੇ ਅੱਖਾਂ ਦਿਆਂ ਨੂੰ ਖੋਲ ਕੇ ਸੁੱਟੂਗੀ ਹੰਝੂ, ਪਰ ਉਹ ਪਛਤਾਵੇ ਦੇ ਕਿ ਮੇਰੀ ਪਰਵਰਿਸ਼ ਵਿੱਚ ਗਲਤੀ ਹੋ ਗਈ, ਮੇਰਾ ਪੁੱਤ ਨਿਕੰਮਾ ਹੋ ਗਿਆ। ਪਰ ਚਲੇ ਗਏ ਭਾਈ ਸਾਹਿਬ ਜੀ। ਬਹੁਤ ਸੰਗਤਾਂ ਨੇ ਆਖਿਆ ਵੀ ਜਿੰਨਾ ਭਾਰ ਭਾਈ ਤਾਰੂ ਸਿੰਘ ਦਾ ਇੰਨਾ ਸੋਨਾ ਲੈ ਲਓ, ਪਰ ਛੱਡ ਦਿਓ। ਨਹੀਂ, ਲਾਹੌਰ ਦਰਬਾਰ ਨਿਖਾਸ ਚੌਂਕ ਦੇ ਵਿੱਚ ਤੇ ਕਰਬਲਾ ਹੀ ਬਣਾਤਾ ਸਿੱਖਾਂ ਦਾ। ਇੰਨੇ ਸਿਰ ਵੱਡੇ ਲਾਹੌਰ ਦੇ ਵਿੱਚ। ਆ ਜਿਹੜਾ ਬੱਚਾ ਮਾਰਿਆ ਸੀ ਨਾ ਦੀਪ ਸਿੱਧੂ, ਇਹ ਲਾਹੌਰ ਦੇ ਬਾਬਤ ਇੱਕ ਮੂਵੀ ਤਿਆਰ ਕੀਤੀ ਸੀ, ਵਿਚਾਰੇ ਦੀ ਵਿੱਚੇ ਰਹਿ ਗਈ। ਬਹੁਤ ਜਜ਼ਬੇ ਵਾਲਾ ਸੀ ਉਹ ਬੱਚਾ, ਉਹਦੇ ਅੰਦਰ ਚਿਨਕ ਸੀ ਕੌਮ ਪ੍ਰਤੀ। ਇੰਗਲੈਂਡ ਦੀ PR ਛੱਡ ਕੇ ਉੱਥੇ ਵਕੀਲ ਸੀ ਉਹ, ਸਾਰਾ ਕੁਝ ਛੱਡ ਕੇ ਇਸ ਧਰਤੀ ਲਈ ਲੜਨ ਆਇਆ ਸੀ। ਪਰ ਇਹ ਧਰਤੀ ਪਿਆਰ ਹੀ ਇੰਨਾ ਕਰਦੀ, ਜਿਹੜਾ ਇਹਨੂੰ ਚਾਹੁੰਦਾ ਉਹਨੂੰ ਆਪਣੀ ਗੋਦੀ 'ਚ ਲੈ ਲੈਂਦਾ। ਨਹੀਂ ਤੇ ਤਰਲੇ ਲੈਂਦਾ ਅਸੀਂ ਨਿਕਲ ਨੂੰ ਵੀ ਕਿਹੜਾ ਵੇਲਾ ਹੋਵੇ ਨਿਕਲੀਏ। ਇੱਕ ਵਕੀਲ ਹੋਵੇ, ਇੰਨੀ ਐਸ਼ੋ ਆਰਾਮ ਛੱਡ ਕੇ ਪੱਗ ਬੰਨ੍ਹ ਕੇ। ਉਸ ਬੰਦੇ ਨੇ ਇਤਿਹਾਸ ਪੜ੍ਹਿਆ, ਉਹਦੀਆਂ ਸਪੀਚਾਂ ਕੱਢ ਕੇ ਸੁਣ ਲਿਆ। ਉਹਦੇ ਅੰਦਰ ਜਜ਼ਬਾ ਬੋਲਦਾ ਸੀ ਸਿੱਖੀ ਦਾ। ਅਗਲਿਆਂ ਨੇ ਵੇਖਿਆ ਵੀ ਔਖਾ, ਨਹੀਂ ਛੱਡਣਾ ਭਾਈ ਤਾਰੂ ਸਿੰਘ ਸਾਹਿਬ ਨੂੰ, ਨਹੀਂ ਛੱਡਣਾ। ਭਾਈ ਸਾਹਿਬ ਕਹਿੰਦੇ ਮੇਰਾ ਗੁਨਾਹ ਕੀ ਹੈ? ਕਹਿੰਦੇ ਤੂੰ ਬਾਗੀ ਹੈ, ਰੱਖਦਾ ਕੋਲ ਭਗੌੜੇ ਬੰਦੇ, ਜਾ ਕੇ ਰਾਤ ਤੋੜਦਾ ਜਿੰਦੇ। ਤੇਰੇ ਕੰਮ ਨਹੀਂ ਸਾਧਾ ਚੰਗੇ, ਨਾਲ ਡਕੈਤਾਂ ਜੋਟੀਆਂ, ਚਰਖੀ ਚੜ ਉਡਾ ਦੂੰ ਬਾਗੀ ਰਾਜ ਦਿਆਂ ਸਿੰਘਾਂ ਨੂੰ ਛਕਾਵੇਂ ਰੋਟੀਆਂ। ਭਾਈ ਤਾਰੂ ਸਿੰਘ ਕਹਿੰਦੇ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਦਾਰੇ ਆਇਆਂ ਦੀ ਸੇਵਾ ਕਰਨੀ ਪੈਂਦੀ ਹੈ ਸਿੰਘਾਂ ਦਾ। ਕਹਿੰਦੇ ਫਿਰ ਤਿਆਰ ਹੋ ਜਾ। 2 ਸ਼ਰਤਾਂ ਭਾਈ ਸਾਹਿਬ ਨੂੰ ਰੱਖੀਆਂ ਵੀ ਜਾਂ ਤੇ ਇਸਲਾਮ ਕਬੂਲ ਕਰ ਲਾ, ਨਹੀਂ ਤੇ ਉਹ ਚਰਖੜੀ ਦੀਦੀ ਆ ਝੂਟੇ ਦਵਾਉਣੇ ਤੈਨੂੰ। ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੂੰ ਤਿਆਰ ਕਰ ਲਾ। ਪਹਿਲਾਂ ਚਰਖੜੀ ਤੇ ਚਾੜਿਆ ਗਿਆ। ਕਹਿੰਦੇ 2 ਗੇੜੇ ਲਿਆਂਦੇ, ਸਰੀਰ ਦੇ ਬੂੰਦੇ ਉੱਡ ਗਏ। ਤੇ ਜ਼ਕਰੀਆ ਖਾਨ ਕਹਿੰਦੇ ਲਾ ਕੇ ਲਿਆਓ ਇਹਨੂੰ। ਜਦੋਂ ਲਾ ਕੇ ਲਿਆਂਦਾ ਕਹਿੰਦਾ ਓਏ ਮੈਨੂੰ ਤਰਸ ਆਉਂਦਾ ਤੇਰੀ ਜਵਾਨੀ ਤੇ। ਐਡਾ ਗੱਭਰੂ ਪੁੱਤ ਮਾਂ ਦਾ ਮਰ ਚੱਲਿਆ। ਕਹਿੰਦੇ ਅਜੇ ਵੀ ਮੌਕਾ, ਅਜੇ ਵੀ ਮੌਕਾ। ਇਹ ਵੇਖ ਲਿਆ ਸਵਾਦ ਚਰਖੜੀ ਦਾ। ਤੇ ਭਾਈ ਤਾਰੂ ਸਿੰਘ ਸਾਹਿਬ ਕਹਿੰਦੇ ਮੈਂ ਤੇ ਵੇਖ ਲਿਆ, ਤੂੰ ਵੇਖਣਾ। ਵੇਖ ਲੈ ਕੇ ਝੂਟਾ ਕਿੰਨਾ ਕਿ ਨਜ਼ਾਰਾ ਆਉਂਦਾ ਏ। ਜ਼ਕਰੀਆ ਖਾਨ ਕਹਿੰਦਾ ਤੇਰਾ ਮਾਸ ਤੇ ਉੱਡ ਗਿਆ, ਪਰ ਤੇਰੀ ਜ਼ੁਬਾਨ ਬੜੀ ਚੱਲਦੀ ਹੈ, ਤੇਰੀ ਜ਼ੁਬਾਨ ਬਹੁਤ ਚੱਲਦੀ ਹੈ। ਤੇ ਭਾਈ ਤਾਰੂ ਸਾਹਿਬ ਕਹਿੰਦੇ ਇਸ ਜ਼ੁਬਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਦਾ ਵਾਸ ਹੈ। ਕਹਿੰਦਾ ਜੁੱਤੀਆਂ ਮਾਰ ਮਾਰ ਕੇ ਸਿਰ ਗੰਜਾ ਕਰ ਦਾਂਗਾ, ਉਦੋਂ ਬੋਲਿਆ ਸੀ ਉਹ। ਕਹਿੰਦਾ ਮੇਰੇ ਸਾਹਮਣੇ ਲੱਤਾਂ ਭਾਰ ਨਹੀਂ ਝੱਲਦੀਆਂ, ਸਰੀਰ ਖੁੱਭ ਗਏ ਨਾ ਵਿੱਚ ਕਿਰਲ।
ਕਹਿੰਦਾ ਅਜੇ ਵੀ ਜ਼ੁਬਾਨ ਤੇਰੀ ਬੋਲਦੀ ਹੈ। ਜਦੋਂ ਆਹ ਬਚਨ ਕਿਹਾ ਨਾ, ਜੁੱਤੀਆਂ ਮਾਰ ਕੇ ਕੇਸ, ਤੇ ਭਾਈ ਸਾਹਿਬ ਨੇ ਬਚਨ ਕਿਹਾ, ਕਹਿੰਦੇ ਤੂੰ ਕੀ ਜੁੱਤੀਆਂ ਮਾਰਨੀਆਂ, ਤੈਨੂੰ ਜੁੱਤੀਆਂ ਦੇ ਨਾਲ ਲਿਜਾਊਗਾ। ਫਿਰ ਕਹਿੰਦਾ ਇਹਦੇ ਕੇਸ ਕੱਟੋ। ਮਹਿਤਾਬ ਸਿੰਘ ਮੀਰਾਂਕੋਟ ਦਾ ਪੁੱਤਰ ਰਾਏ ਸਿੰਘ ਹੋਇਆ, ਰਾਏ ਸਿੰਘ ਦਾ ਪੁੱਤਰ ਰਤਨ ਸਿੰਘ ਭੰਗੂ, ਜਿਨੇ ਪੰਥ ਪ੍ਰਕਾਸ਼ ਗ੍ਰੰਥ ਲਿਖਿਆ, ਜਿੱਥੇ ਸਾਰੀ ਕਥਾ ਏ। ਉਹਨਾਂ ਨੇ ਕਿਹਾ, ਕਹਿਣ ਲੱਗੇ ਭਾਈ ਸਾਹਿਬ ਦੇ ਕੇਸ ਕੱਟਣ ਲੱਗੇ, ਤੇ ਜਦੋਂ ਕੈਂਚੀ ਲੈ ਕੇ ਆਏ ਤੇ ਭਾਈ ਤਾਰੂ ਸਿੰਘ ਨੇ ਆਖਿਆ, ਬਾਜਾਂ ਵਾਲਿਆ, ਮੈਂ ਜ਼ਿੰਦਗੀ 'ਚ ਕੁਛ ਨਹੀਂ ਮੰਗਿਆ ਤੇ ਮੈਂ ਕਦੇ 25 ਸਾਲ ਸੇਵਾ ਕੀਤੀ ਕੌਮ ਦੀ, ਨਹੀਂ ਮੰਗਿਆ, ਪਰ ਅੱਜ ਮੇਰੀ ਇੱਕ ਰੀਝ ਆ, ਮੇਰੀ ਰੀਝ ਨਾ ਤੋੜਦੀ। ਉਹ ਰੀਝ ਆ ਵੀ ਮੇਰੀ ਸਿੱਖੀ ਕੇਸਾਂ ਤੇ ਜੇ ਨਾ ਮੇਰੇ ਕੇਸ ਕੱਟਦੇ, ਮੈਂ ਬਾਅਦ 'ਚ ਸ਼ਹੀਦ ਹੋਇਆ ਤੇ ਮੇਰੀ ਜਿਹੜੀ ਅੰਦਰ ਦੀ ਖਿੱਚ ਅਧੂਰੀ ਰਹਿ ਜਾਣੀ। ਪਾਤਸ਼ਾਹ ਜੀ ਮੇਰੇ ਵਿੱਚ ਵਰਤ ਕੇ ਕਿਰਪਾ ਕਰਿਓ, ਮੇਰੀ ਖਵਾਇਸ਼ ਪੂਰੀ ਕਰ ਦਿਓ। ਕੇਸਾਂ ਸਵਾਸਾਂ ਦਾ ਇਤਿਹਾਸ ਕਹਿੰਦਾ ਏ ਵੀ ਉੱਥੇ 4-5 ਕੈਂਚੀਆਂ ਬਦਲੀਆਂ ਉਹਨਾਂ ਨੇ। ਜਦੋਂ ਕੱਟਣ ਲੱਗਦੇ ਸੀ, ਕੇਸ ਇੰਨੇ ਸਖਤ ਹੋ ਗਏ, ਤਾਰਾਂ ਬਣ ਗਏ, ਕੈਂਚੀ ਖੁੰਡੀ ਹੋ ਜਾਂਦੀ ਹੈ ਤੇ ਕੇਸ ਨਹੀਂ ਕੱਟੇ ਜਾਂਦੇ। ਅਜੇ ਵੀ ਜ਼ਕਰੀਆ ਖਾਨ ਨੂੰ ਯਕੀਨ ਨਹੀਂ ਆਇਆ। ਸੰਗਤੇ, ਕਿਹਦੀ ਕਥਾ ਸੁਣਦੇ ਆਪਾਂ, ਕਿਹਦੇ ਘਰ ਤੁਸੀਂ ਆਉਣੇ, ਇੰਨੀ ਪਾਵਰ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਉੱਥੇ ਸਾਰਿਆਂ ਨੇ ਮੂੰਹ 'ਚ ਉਂਗਲਾਂ ਲੈ ਲਈਆਂ ਵੀ ਕੇਸ ਨਹੀਂ ਕੱਟ ਹੋਣ ਦੇ, ਜ਼ੋਰ ਲਾ ਲਾ ਖਪਗੇ ਜਲਾਲ। ਜ਼ੋਰ ਨਾਲ ਨੱਪਦੇ ਸੀ ਕੇਜ ਪਾ ਕੇ ਕੈਂਚੀ, ਤੇ ਕੈਂਚੀ ਖੁੰਡੀ ਹੋ ਜਾਂਦੀ, ਕੇਸ ਨਹੀਂ ਕੱਟੀਦਾ। ਭਾਈ ਸਾਹਿਬ ਜੀ ਜੁੜ ਗਏ ਬਾਣੀ 'ਚ, ਗੁਰਪੂਰ ਹੈ ਮੇਰੀ। ਫਿਰ ਉਹਨੇ ਕੀ ਕਿਹਾ, ਕਹਿੰਦੇ ਮੋਚੀ ਬੁਲਾਓ, ਨਾ ਰਹੂਗਾ ਬਾਂਸ ਤੇ ਨਾ ਵੱਜੂਗੀ, ਕੇਸ ਨਹੀਂ ਕੱਢੀਂਦੇ ਤੇ ਖੋਪਰੀ ਲਾ ਦਿਓ। ਫਿਰ ਮੋਚੀ ਨੇ ਇੱਥੇ ਰੱਖੀ ਤੇਸੀ, ਤੇ ਜਲਾਦ ਨੇ ਥੋੜਾ ਮਾਰਿਆ, ਟੱਕ ਲਾਉਂਦੇ 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 ਗਿੱਚੀ ਤੱਕ ਗਏ। ਫਿਰ ਖੱਬੇ ਪਾਸਿਓਂ ਪੂਰਾ ਗੋਲ ਜ਼ੋਰ ਨਾਲ ਥੋੜੇ ਵੱਜਦੇ ਐ, ਧਰਤੀ ਕੰਬਦੀ, ਆਕਾਸ਼ ਕੰਬਦਾ ਏ, ਭਾਵਨਾ ਵਾਲਿਆਂ ਦੇ ਹਿਰਦੇ ਕੰਬਦੇ ਐ। ਕਹਿੰਦੇ ਕੁਝ ਕੁ ਸਮੇਂ ਦੇ ਵਿੱਚ ਭਾਈ ਤਾਰੂ ਸਿੰਘ ਦੀ ਖੋਪਰੀ ਲਾ ਕੇ, ਜਦੋਂ ਖੋਪਰੀ ਲੈ ਗਈ ਤੇ ਭਾਈ ਸਾਹਿਬ ਨੂੰ ਕਿਸੇ ਖੱਡ ਦੇ ਵਿੱਚ ਸੁੱਟ ਦਿੱਤਾ ਗਿਆ। ਤੇ ਭਾਈ ਸਾਹਿਬ ਜੀ ਰਾਤ ਨੂੰ ਉੱਥੇ ਬੈਠੇ ਐ। ਉਸੇ ਰਾਤ ਹੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਢਿੱਡ ਇੱਥੇ ਆ ਗਿਆ। ਹੁਣ ਬਾਥਰੂਮ ਇੱਦਾਂ ਦੀ ਚੀਜ਼ ਹੈ, ਜਿਨ੍ਹਾਂ ਨੂੰ ਸ਼ੂਗਰ ਹੈ ਨਾ, ਕਈ ਵਾਰੀ ਸੰਗਤ ਵਿੱਚ ਉੱਠ ਕੇ ਜਾਣਾ ਪੈਂਦਾ, ਇਹ ਪ੍ਰੋਬਲਮ ਇੱਦਾਂ ਦੀ। ਇੱਥੇ ਪੇਟ ਆ ਗਿਆ, ਕੋਈ ਦਵਾਈ ਨਹੀਂ ਅਸਰ ਕਰਦੀ। ਤੇ ਕਿਸੇ ਨੇ ਆਖਿਆ ਜੀ ਜਦੋਂ ਖੋਪਰੀ ਲੱਥੀ ਤੇ ਬਚਨ ਹੋਇਆ ਸੀ ਤਾਰੂ ਸਿੰਘ ਦਾ ਵੀ ਜੁੱਤੀਆਂ, ਉਹਦੀ ਜੁੱਤੀ ਲਿਆ ਕੇ ਵੇਖ ਲਓ। ਕਹਿੰਦਾ ਲਿਆਓ ਲਿਆਓ ਛੇਤੀ। ਇਹਦੇ ਭਾਈ ਸਾਹਿਬ ਦਾ ਛਿੱਤਰ ਸਿਰ 'ਚ ਮਾਰਨ, ਥੋੜਾ ਜਿਹਾ ਵਾਸ਼ਰੂਮ ਆਵੇ, ਫੇਰ ਛਿੱਤਰ ਮਾਰਨ। ਇਤਿਹਾਸ ਕਹਿੰਦਾ 21 ਦਿਨ ਖੋਪਰੀ ਲੱਥੀ ਤੋਂ ਭਾਈ ਤਾਰੂ ਸਿੰਘ ਜੀ ਦਾ ਅੱਜ ਆਪਾਂ ਦਿਨ ਮਨਾਇਆ। ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ, ਸਾਡਾ ਸਿਰ ਵੀ ਸਲਾਮਤ, ਅਸੀਂ ਤਾਂ ਵੀ ਨਹੀਂ ਕਰਦੇ। ਖੋਪਰੀ ਲੱਥੀ ਤੋਂ 21 ਦਿਨ ਬੈਠੇ ਰਹੇ, ਲਹੂ ਸਾਰਾ ਨੁੱਚੜ ਗਿਆ ਤੇ 21 ਦਿਨ ਛਿੱਤਰ ਖਾਂਦਾ ਰਿਹਾ ਜ਼ਕਰੀਆ ਖਾਨ। ਪਾਪ ਕਮਾਉਂਦਿਆ ਇੱਥੇ ਹੀ ਆ ਸਾਰਾ ਕੁਝ। ਘਬਰਾਓ ਨਾ, ਜੇ ਬੰਦਗੀ ਕਰਦੇ ਸੇਵਾ ਤੇ ਉਹ ਵੀ ਵੇਂਦਾ, ਜੇ ਆਪਾਂ ਕਿਸੇ ਨਾਲ ਧੱਕਾ ਕਰਦੇ ਉਹ ਵੀ ਉਹਦੇ ਤੇ ਸੁੱਟ ਦਿਓ ਸਾਰੀਆਂ ਚੀਜ਼ਾਂ। ਫਿਰ ਕਹਿੰਦੇ 21 ਦਿਨਾਂ ਬਾਅਦ ਮਰ ਗਿਆ, ਸਿਰ ਪੋਲਾ ਹੋ ਗਿਆ, ਜੁੱਤੀਆਂ ਵੱਜ ਕੇ ਭਾਈ ਸਾਹਿਬ ਨੂੰ ਪਤਾ ਲੱਗਾ ਤੇ ਸ਼ਲੋਕ ਪੜ੍ਹਿਆ, ਪਵਨ ਗੁਰੂ ਬਾਣੀ ਪਿਤਾ ਮਾਤਾ, ਅਰਦਾਸ ਕਰਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਮਹਾਂਪੁਰਖਾਂ ਪਿਆਰਿਆਂ ਸ਼ਹੀਦਾਂ ਦੀ ਯਾਦ ਅੰਦਰ ਜੁੜੇ ਬੇਅੰਤ ਭੁੱਲਾਂ ਹੋ ਜਾਂਦੀਆਂ, ਪਰ ਆਪ ਜੀ ਦੀ ਹਾਜ਼ਰੀ ਲੱਗ ਗਈ। ਉਹ ਅਮਰ ਨੇ, ਮਾਲਕ ਨੇ,
ਉਹਨਾਂ ਦੇ ਆਸਣ ਗੁਰੂ ਦੇ ਕੋਲ ਨੇ। ਅੱਜ ਉਹਨਾਂ ਨੂੰ ਪਿਆਰ ਕੀਤਾ ਕਿਤੇ ਆਪਣੀ ਗਵਾਹੀ ਪਾਉਣਗੇ। ਸੋ ਮਹਾਰਾਜ ਸਾਉਣ ਦਾ ਮਹੀਨਾ ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਕਰਨਾ। ਹੁਣ ਪ੍ਰਸ਼ਾਦ ਦੀ ਸੇਵਾ ਹੋਣੀ ਹੈ। ਬਿਟੀਆ ਗੁਰਲੀਨ ਕੌਰ ਜੀ ਦਾ ਜਨਮ ਹੈ। ਸੋ ਮਹਾਰਾਜ ਸਾਹਿਬ ਤੰਦਰੁਸਤੀ ਵਿਦਿਆ ਦੀ ਦਾਤ ਬਖਸ਼ਣ। ਆਉਣ ਵਾਲਾ ਸਮਾਂ ਸੁਭਾਗਾ ਬਖਸ਼ਣ ਜੀ। ਵਾਹਿਗੁਰੂ ਜੀ ਕਾ